ਖਬਰ ਹੈ ਜੀ ਟੋਰਾਂਟੋ ਦੇ ਸਿੱਖ ਸਪਿਰਚੁਅਲ ਸੈਂਟਰ ਜਿਨ੍ਹਾਂ ਨੂੰ ਕਿ ਰੈਕਸਟੇਲ ਗੁਰੂ ਘਰ ਕਿਹਾ ਜਾਂਦਾ ਹੈ ਉੱਥੋਂ ਰੈਕਸਟੇਲ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦੇ ਵੱਲੋਂ ਹਮਦਰਦ ਟੀਵੀ ਦੇ ਨਾਲ ਇੱਕ ਖਬਰ ਸਾਂਝੀ ਕੀਤੀ ਗਈ ਹੈ। ਤੁਹਾਨੂੰ ਯਾਦ ਹੋਵੇਗਾ ਕੁਝ ਦਿਨ ਪਹਿਲਾਂ ਹੀ ਅਸੀਂ ਖਬਰ ਦੱਸੀ ਸੀ ਕਿ ਰੈਕਸਟੇਲ ਗੁਰੂ ਘਰ ਤੋਂ ਹੀ ਇੱਕ ਰਾਗੀ ਜੱਥਾ ਜਿਹੜਾ ਹੈ ਉਹ ਗਾਇਬ ਹੋ ਗਿਆ। ਇਸ ਦੇ ਨਾਲ ਹੀ ਕੁਝ ਮਿਲਦੀ ਜੁਲਦੀ ਖਬਰ ਸਾਹਮਣੇ ਆਈ ਹੈ। ਇਸ ਵਾਰੀ ਕੋਈ ਜੱਥਾ ਗਾਇਬ ਨਹੀਂ ਹੋਇਆ। ਜੋ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੇ ਤੁਹਾਡੇ ਵਿਚਾਰ ਲੈਣੇ ਵੀ ਬਹੁਤ ਜ਼ਰੂਰੀ ਨੇ। ਅਸਲ ਦੇ ਵਿੱਚ ਪ੍ਰਬੰਧਕੀ ਕਮੇਟੀ ਦੇ ਵੱਲੋਂ ਹੁਣ ਤੱਕ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਦੇ ਅਨੁਸਾਰ ਅਕਤੂਬਰ 2021 ਦੇ ਵਿੱਚ ਟੂਰਿਸਟ ਵੀਜ਼ਾ ਦੇ ਉੱਤੇ ਤਿੰਨ ਜਣਿਆਂ ਦਾ ਇੱਕ ਜੱਥਾ ਰੈਕਸਟੇਲ ਗੁਰੂ ਘਰ ਪਹੁੰਚਦਾ ਹੈ। ਇਹ ਜੱਥਾ ਇਸ ਲਈ ਇੱਥੇ ਪਹੁੰਚ ਪਾਉਂਦਾ ਹੈ ਕਿਉਂਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਵੱਲੋਂ ਇੰਡੀਆ ਵਿੱਚ ਬੈਠੇ ਇਸ ਜਥੇ ਨੂੰ ਇੱਕ ਲੈਟਰ ਦਿੱਤਾ ਗਿਆ ਸੀ, ਸਪਾਂਸਰ ਲੈਟਰ ਦਿੱਤਾ ਗਿਆ ਸੀ ਤਾਂ ਕਿ ਇਮੀਗ੍ਰੇਸ਼ਨ ਦੇ ਕਿਸੇ ਵੀ ਪ੍ਰੋਸੈਸ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਹਾਲਾਂਕਿ ਇਹ ਰਾਗੀ ਜਥਾ ਜਿਹੜਾ ਸੀ ਟੂਰਿਸਟ ਵੀਜ਼ਾ ਤੇ ਇੱਥੇ ਪਹੁੰਚਿਆ ਸੀ। 6 ਮਹੀਨੇ ਇਸ ਰਾਗੀ ਜਥੇ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਕੀਤਾ ਗਿਆ ਤੇ ਇਸ ਤੋਂ ਬਾਅਦ ਜਦੋਂ 6 ਮਹੀਨੇ ਪੂਰੇ ਹੋਏ ਤਾਂ ਜੋ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਾ ਕਹਿਣਾ ਹੈ ਉਹਨਾਂ ਦੇ ਵੱਲੋਂ ਇਸ ਜਥੇ ਨੂੰ ਵਿਦਾਇਗੀ ਦਿੰਦੇ ਹੋਏ ਖੁਦ ਟੈਕਸੀ ਕਰਵਾ ਕੇ 에ਅਰਪੋਰਟ ਤੱਕ ਰਵਾਨਾ ਕੀਤਾ ਗਿਆ। ਪਰ ਇਸ ਦੌਰਾਨ ਜੋ ਮਾਮਲਾ ਸਾਹਮਣੇ ਆਇਆ ਹੈ ਕਿ ਇਸ ਜਥੇ ਦੇ ਵਿੱਚੋਂ ਇੱਕ ਸ਼ਖਸ ਸਰਦਾਰ ਭੁਪਿੰਦਰ ਸਿੰਘ ਜੋ ਕਿ ਇੱਥੇ ਟੂਰਿਸਟ ਵੀਜ਼ਾ ਤੇ ਹੀ ਪਹੁੰਚੇ ਹੋਏ ਸਨ, ਉਹ 에ਅਰਪੋਰਟ ਤੱਕ ਪਹੁੰਚੇ ਪਰ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਜਹਾਜ਼ ਨਹੀਂ ਲਿਆ। ਪਰ ਤੁਹਾਨੂੰ ਇੱਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਇਹ ਆਈ ਹੈ ਕਿ ਭੁਪਿੰਦਰ ਸਿੰਘ ਆਪਣੇ ਬਾਕੀ ਦੋ ਸਾਥੀਆਂ ਸਰਬਜੀਤ ਸਿੰਘ ਤੇ ਅਮਰਜੀਤ ਸਿੰਘ ਦੇ ਨਾਲ 에ਅਰਪੋਰਟ ਲਈ ਤਾਂ ਗਏ ਪਰ ਉੱਥੋਂ ਉਹਨਾਂ ਨੇ ਆਪਣੇ ਦੋ ਸਾਥੀਆਂ ਨੂੰ ਤਾਂ ਚੜਾ ਦਿੱਤਾ ਪਰ ਖੁਦ ਉੱਥੋਂ ਵਾਪਸ ਆ ਗਏ। 에ਅਰਪੋਰਟ ਤੋਂ ਵਾਪਸ ਆ ਕੇ ਉਹਨਾਂ ਨੇ ਨਾ ਤਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨਾਲ ਕੋਈ ਗੱਲਬਾਤ ਕੀਤੀ ਅਤੇ ਜਿਨ੍ਹਾਂ ਦੇ ਕਹਿਣ ਦੇ ਉੱਤੇ ਗੁਰਦੁਆਰਾ ਸਾਹਿਬ ਨੇ ਇਹ ਸਾਰਾ ਲੈਟਰ ਅਤੇ ਇਮੀਗ੍ਰੇਸ਼ਨ ਪ੍ਰੋਸੈਸ ਦੇ ਵਿੱਚ ਹੈਲਪ ਕੀਤੀ ਸੀ ਉਹ ਹਾਂ ਜੀ ਅਨੰਤਵੀਰ ਸਿੰਘ ਜੋ ਕਿ ਕੈਲੀਫੋਰਨੀਆ ਦੇ ਪ੍ਰਸਿੱਧ ਕੀਰਤਨੀ ਜਥੇ ਦੇ ਮੈਂਬਰ ਨੇ। ਸੋ ਅਨੰਤਵੀਰ ਸਿੰਘ ਜੋ ਕਿ ਭੁਪਿੰਦਰ ਸਿੰਘ ਦੇ ਕਜ਼ਨ ਨੇ ਉਹਨਾਂ ਦੇ ਕਹਿਣ ਦੇ ਉੱਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਵੱਲੋਂ ਭੁਪਿੰਦਰ ਸਿੰਘ ਹੁਣਾਂ ਨੂੰ ਤੇ ਉਹਨਾਂ ਦੇ ਜਥੇ ਨੂੰ ਇਹ ਲੈਟਰ ਜਿਹੜੀ ਆ ਭੇਜੀ ਗਈ ਸੀ ਇਮੀਗ੍ਰੇਸ਼ਨ ਵਿੱਚ ਤਾਂ ਕਿ ਕੋਈ ਪ੍ਰੋਬਲਮ ਨਾ ਆ ਸਕੇ। ਭੁਪਿੰਦਰ ਸਿੰਘ ਨੇ ਪਹਿਲਾਂ ਹੀ ਇੱਥੇ ਵਰਕ ਪਰਮਿਟ ਲਈ ਅਪਲਾਈ ਕਰ ਦਿੱਤਾ ਸੀ, ਇਸ ਲਈ ਉਹਨਾਂ ਦਾ ਵਰਕ ਪਰਮਿਟ ਅਜੇ ਨਹੀਂ ਆਇਆ ਸੀ ਤਾਂ ਉਹਨਾਂ ਨੇ ਆਪਣੀ ਸਟੇ ਵਧਾਉਣ ਲਈ ਅੱਗੇ ਦਰਖਾਸਤ ਦੇ ਦਿੱਤੀ ਜਿਸ ਦੇ ਬਾਰੇ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੂੰ ਕੋਈ ਵੀ ਜਾਣਕਾਰੀ ਨਹੀਂ ਸੀ। ਤੁਹਾਡਾ ਰਾਗੀ ਜੱਥਾ ਉੱਥੇ ਪਹੁੰਚਿਆ ਸੀ ਤੇ ਇਸ ਸਮੇਂ ਤੇ ਤੁਸੀਂ ਫਿਰ ਵਾਪਸ ਨਹੀਂ ਮੁੜੇ ਹੈਗੇ ਤੇ ਗੁਰਦੁਆਰਾ ਸਾਹਿਬ ਨੂੰ ਇਹਦੀ ਜਾਣਕਾਰੀ ਨਹੀਂ ਦਿੱਤੀ ਤੁਸੀਂ? ਨਹੀਂ, ਉਹਨਾਂ ਨੂੰ ਜਾਣਕਾਰੀ ਉਹਨਾਂ ਨਾਲ ਗੱਲ ਕੱਲ ਵੀ ਗੱਲ ਹੋਈ ਮੇਰੀ। ਨਹੀਂ, ਉਹ ਕਹਿੰਦੇ ਕਿ ਬਿਲਕੁਲ 에ਅਰਪੋਰਟ ਤੋਂ ਤੁਸੀਂ ਚਲੇ ਗਏ ਸੀਗੇ ਤੇ ਤੁਸੀਂ ਉਸ ਟਾਈਮ ਦੇ ਵਿੱਚ ਸਾਰਿਆਂ ਦੀਆਂ ਟਿਕਟਸ ਹੋਈਆਂ ਸੀ। ਨਹੀਂ, ਸਾਰਿਆਂ ਦੀ ਟਿਕਟ ਸੀਗੀਆਂ। ਮੇਰਾ ਅਪਲਾਈ ਕੀਤਾ ਹੋਇਆ ਸੀਗਾ ਵੀਜ਼ਾ ਦੂਜਾ ਪਰਮਿਟ ਤੇ ਉਹ ਮੇਰਾ ਲੇਟ ਪਰਮਿਟ ਹੋ ਗਿਆ ਤੇ ਇਸ ਕਰਕੇ ਮੈਂ ਹੁਣ ਪਰਮਿਟ ਲੈ ਕੇ ਜਾਵਾਂਗਾ। ਮੇਰੇ ਸਾਰਿਆਂ ਨੂੰ ਪਤਾ ਉੱਥੇ ਨਹੀਂ, ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਤੁਸੀਂ ਇਹਦੀ ਬਾਰੇ ਜਾਣਕਾਰੀ ਪਹਿਲਾਂ ਨਹੀਂ ਦਿੱਤੀ ਸੀਗੀ ਜਦੋਂ ਤੁਸੀਂ ਤੁਰੇ ਹੋ ਕਿ ਤੁਸੀਂ ਇੱਥੇ ਵਰਕ ਪਰਮਿਟ ਲਈ ਅਪਲਾਈ ਕੀਤਾ ਹੋਇਆ ਤੇ ਤੁਸੀਂ ਵਾਪਸ ਨਹੀਂ ਜਾ ਰਹੇ। ਮੈਂ ਪਰਮਿਟ ਮੇਰਾ ਪਹਿਲਾਂ ਤਾਂ ਉਹਨਾਂ ਨੂੰ ਪਤਾ ਮੈਂ ਅਪਲਾਈ ਕੀਤਾ ਹੋਇਆ ਤੇ ਤੁਸੀਂ ਫਿਰ ਜਦੋਂ ਉਹਨਾਂ ਨੇ ਤੁਹਾਨੂੰ ਕਿਹਾ ਸੀ ਕਿ 에ਅਰਪੋਰਟ ਲਈ ਤੁਹਾਨੂੰ ਟੈਕਸੀ ਕਰਵਾ ਕੇ ਦਿੱਤੀ ਹੈ ਫਿਰ ਉਸ ਟਾਈਮ ਤੁਸੀਂ ਮਨਾ ਕਿਉਂ ਨਹੀਂ ਕੀਤਾ ਉਹਨਾਂ ਨੂੰ ਜਾਣ ਲਈ? ਕਿਦਾ ਉਹ ਮੈਨੂੰ ਉੱਥੇ ਰੁਕਣ ਲਈ ਕਹਿ ਰਹੇ ਸੀ, ਮੈਂ ਕਿਹਾ ਮੈਂ ਗੁਰਦੁਆਰੇ ਨਹੀਂ ਰੁਕਣਾ ਚਾਹੁੰਦਾ। ਸੋ ਤੁਹਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਸੀਗੀ ਉਹਨਾਂ ਨੂੰ ਕਮੇਟੀ ਨੂੰ ਕਿ ਤੁਸੀਂ ਉੱਥੇ ਪਹੁੰਚੇ ਹੋ ਤੇ ਤੁਸੀਂ ਉੱਥੇ ਅਪਲਾਈ ਕੀਤਾ ਹੋਇਆ? ਯਾ ਮੈਂ ਤਾਂ ਪਹਿਲਾਂ ਦੇ ਅਪਲਾਈ ਕੀਤਾ, ਪਰਮਿਟ ਤਾਂ ਮੇਰਾ ਆ ਗਿਆ ਹੋਇਆ। ਤੇ ਨਹੀਂ, ਕਮੇਟੀ ਵਾਲੇ ਕਹਿ ਰਹੇ ਨੇ ਸਾਨੂੰ ਇਹਦੀ ਕੋਈ ਜਾਣਕਾਰੀ ਨਹੀਂ ਸੀ। 에ਅਰਪੋਰਟ ਤੇ ਜਾ ਕੇ ਤੁਸੀਂ ਉੱਥੇ ਜਾ ਕੇ ਤੁਸੀਂ ਬਾਕੀ ਰਾਗੀਆਂ ਨੂੰ ਬਿਠਾ? ਇਦਾਂ ਦਾ ਕੋਈ ਨਹੀਂ, ਸਾਰੇ ਸਟਾਫ ਨੂੰ ਪਤਾ ਸੀ ਵੀ ਮੈਂ ਇੱਥੇ ਹਜੇ ਮੇਰਾ ਪਰਮਿਟ ਲੇਟ ਆ, ਮੈਂ ਰੁਕ ਰਿਹਾ ਵਾਂ। ਤੇ ਕਮੇਟੀ ਵਾਲਿਆਂ ਨੇ ਐਕਚੁਅਲੀ ਤੁਹਾਡੇ ਤੇ ਦੋਸ਼ ਲਗਾਏ ਨੇ। ਉਹ ਕਹਿ ਰਹੇ ਨੇ ਕਿ ਵੀ ਤੁਸੀਂ ਬਿਨਾਂ ਜਾਣਕਾਰੀ ਦੇ ਉੱਥੋਂ ਗਏ ਹੋ ਕਿਉਂਕਿ ਤੁਸੀਂ ਰਾਗੀ ਐਜ਼ ਅ ਕੀਰਤਨੀ ਜਥੇ ਤੁਸੀਂ ਉੱਥੇ ਪਹੁੰਚੇ ਸੀਗੇ ਆਪਣੇ ਜਥੇ ਦੇ ਨਾਲ ਜਦ ਬਾਕੀ ਦੋ ਮੈਂਬਰ ਗਏ ਨੇ। ਮੇਰੇ ਕੋਲ ਵਿਜ਼ਟਰ ਵੀਜ਼ਾ ਸੀਗਾ ਨਾ, ਤੁਸੀਂ ਇਸ ਫਿਰ ਕਰਕੇ ਮੈਂ ਉਹਨੂੰ ਚੇਂਜ ਕਰਤਾ ਵੀਜ਼ੇ ਨੂੰ ਨਾ। ਹਾਂਜੀ, ਤੁਸੀਂ ਫਿਰ 에ਅਰਪੋਰਟ ਤੇ ਜਦੋਂ ਉਹਨਾਂ ਨੇ ਨਵੰਬਰ ਵਿੱਚ ਹੀ ਖਤਮ ਹੋ ਗਿਆ ਸੀਗਾ, ਤੁਸੀਂ ਜਦੋਂ ਨਵੰਬਰ ਵਿੱਚ ਮੈਂ ਪਰਮਿਟ ਅਪਲਾਈ ਕਰਤਾ ਸੀ ਜਦੋਂ ਉਹਨਾਂ ਨੇ ਤੁਹਾਨੂੰ ਟੈਕਸੀ ਕਰਵਾ ਕੇ ਦਿੱਤੀ 에ਅਰਪੋਰਟ ਦੇ ਲਈ ਫਿਰ ਤੁਸੀਂ ਉਹਨਾਂ ਨੂੰ ਦੱਸਿਆ ਸੀ ਉਸ ਟਾਈਮ ਕਿ ਮੈਂ 에ਅਰਪੋਰਟ ਨਹੀਂ ਜਾ ਰਿਹਾ ਹੈਗਾ, ਮੈਂ ਕਿਤੇ ਹੋਰ ਜਾ ਰਿਹਾ? ਕਿਨੇ ਕੋਈ ਪ੍ਰਬੰਧਕ ਹੈ ਹੀ ਨਹੀਂ ਸੀ ਉੱਥੇ। ਪਰ ਤੁਹਾਨੂੰ ਇਹਦੀ ਜਾਣਕਾਰੀ ਦੇਣੀ ਨਹੀਂ ਚਾਹੀਦੀ ਸੀ ਜਿਨ੍ਹਾਂ ਨੇ ਤੁਹਾਨੂੰ ਇਨਫੋਰਮ ਇੱਥੇ ਬੁਲਾਇਆ ਸੀ, ਜਾਣਕਾਰੀ ਦਿੱਤੀ ਸੀ, ਉਹਨੂੰ ਪਤਾ ਇਮੀਗ੍ਰੇਸ਼ਨ ਦੇ ਮੈਟਰ ਦੇ ਵਿੱਚ ਜਿਨ੍ਹਾਂ ਨੂੰ ਮੈਂ ਦੱਸ ਕੇ ਉਹਨਾਂ ਨੂੰ ਪਤਾ ਵੀ ਮੈਂ ਨਹੀਂ ਜਾ ਰਿਹਾ, ਆਫਿਸ ਦੇ ਵਿੱਚ ਪਤਾ ਸੀਗਾ। ਪਰ ਕਮੇਟੀ ਦੇ ਮੈਂਬਰਸ ਨੂੰ ਵੀ ਪਤਾ ਹੋਣਾ ਚਾਹੀਦਾ ਸੀ ਕਿਉਂਕਿ ਵੀਜ਼ਾ ਤਾਂ ਉਹਨਾਂ ਨੇ ਲਗਵਾਇਆ ਸੀ। ਕਮੇਟੀ ਮੈਂਬਰ ਉੱਥੇ ਹੈ ਕਿਹੜਾ ਸੀ? ਜਦੋਂ ਅਸੀਂ ਆਏ ਪੁੱਛੋ ਉਹਨਾਂ ਨੂੰ ਕੌਣ ਸੀਗਾ ਜਿਹਨੇ ਸਾਨੂੰ ਸੀ ਆਫ ਕੀਤਾ। ਕਮੇਟੀ ਦੇ ਕਿਹੜੇ ਮੈਂਬਰ ਨੂੰ ਪਤਾ ਸੀ ਜਾਂ ਕਿੰਨਾਂ ਨੂੰ ਤੁਸੀਂ ਆਫਿਸ ਤੇ ਦੱਸ ਕੇ ਆਏ ਹੋ? ਕੋਈ ਨਾਮ ਹੈ ਤੁਹਾਡੇ ਕੋਲੇ ਪਤਾ? ਹਾਂਜੀ, ਤੁਹਾਡੇ ਕੋਲ ਕੋਈ ਨਾਮ ਜਾਂ ਨੰਬਰ ਹੈ ਜਿਨ੍ਹਾਂ ਨੂੰ ਤੁਸੀਂ ਜਾਣਕਾਰੀ ਦੇ ਕੇ ਗਏ ਸੀਗੇ ਕਿ ਮੈਂ ਵਾਪਸ ਨਹੀਂ ਜਾ ਰਿਹਾ ਇੰਡੀਆ ਤੇ ਮੈਂ 에ਅਰਪੋਰਟ ਨਹੀਂ ਜਾ ਰਿਹਾ?
ਮੈਂ ਨਹੀਂ ਕਮੇਟੀ ਦੇ ਮੈਂਬਰ ਹਾਂ, ਕਮੇਟੀ ਮੈਂਬਰ ਹੈ ਹੀ ਨਹੀਂ ਸੀ ਤੁਸੀਂ ਉੱਥੇ ਕਿਹਾ ਕੋਈ। ਕਮੇਟੀ ਨਹੀਂ, ਤੁਸੀਂ ਮੈਨੂੰ ਆਫਿਸ 'ਚ ਦੱਸ ਕੇ ਦੱਸਿਆ ਆਫਿਸ ਦੇ ਵਿੱਚ ਕੌਣ ਸੀਗੇ ਜਿਨ੍ਹਾਂ ਨੂੰ ਤੁਸੀਂ ਜਾਣਕਾਰੀ ਦਿੱਤੀ ਹੈ? ਕੋਈ ਨਾਮ ਤਾਂ ਹੋਏਗਾ ਉਹਨਾਂ ਦਾ। ਨਹੀਂ ਰਹੂੰ ਉੱਥੇ ਰਹੇ ਕਮੇਟੀ ਵਾਲੇ, ਸ਼ਾਮ ਨੂੰ ਨਹੀਂ ਹੋਣੇ, ਪਹਿਲਾਂ ਤਾਂ ਆਏ ਸੀ। ਹੈਲੋ ਹੈਲੋ ਹਾਂਜੀ, ਮੈਂ ਕਿਹਾ ਮੈਂ ਤੁਹਾਨੂੰ ਇਹੀ ਪੁੱਛ ਰਹੀ ਹਾਂ ਕਿ ਕਿਹਨਾਂ ਨੂੰ ਤੁਸੀਂ ਉੱਥੇ ਦੱਸ ਕੇ ਗਏ ਸੀ? ਆਫਿਸ 'ਚ ਕੋਈ ਤਾਂ ਮੌਜੂਦ ਹੈਗਾ? ਮੈਂ ਦੇਖੋ ਮੈਡਮ, ਮੈਂ ਕਿਹੜਾ ਭੱਜਿਆ, ਮੈਂ ਇੱਥੇ ਹੀ ਆ, ਮੈਂ ਕੈਨੇਡਾ ਵਿੱਚ ਹੀ, ਮੈਂ ਕਿਹੜਾ ਭੱਜਿਆ? ਦੱਸੋ ਕਿਹਨੂੰ ਦੱਸਣਾ, ਮੈਂ ਦੱਸ ਦਿੰਦਾ ਹੁਣ। ਪਾਜੀ ਇਹ ਗੱਲ ਦੇਖੋ ਭਾਈ ਸਾਹਿਬ, ਇਹ ਗੱਲ ਨਹੀਂ ਹੈਗੀ। ਗੱਲ ਇਹ ਆ ਕਿ ਦੇਖੋ ਬਾਕੀ ਰਾਗੀਆਂ ਦੇ ਲਈ ਵੀ ਇਹ ਮੁਸੀਬਤਾਂ ਖੜੀਆਂ ਹੁੰਦੀਆਂ ਨੇ। ਫਿਰ ਨਹੀਂ ਮੁਸੀਬਤਾਂ ਮੈਡਮ ਤਾਂ ਕਰੀਆਂ ਹੋਣ ਜਾਂ ਤਾਂ ਮੈਂ ਟਾਈਮ ਤੋਂ ਇਹਨਾਂ ਦਾ 6 ਮਹੀਨੇ ਦੀ ਲੈਟਰ ਸੀਗੀ, ਇਹਨਾਂ ਕੋ 6 ਮਹੀਨੇ ਪੂਰੇ ਲਾਏ। ਤੁਸੀਂ ਕਿਹਾ ਕਿ ਤੁਸੀਂ ਦੱਸ ਕੇ ਆਏ ਹੋ, ਦਫ਼ਤਰ 'ਚ ਦੱਸ ਕੇ ਗਏ ਹੋ ਕਿ ਮੈਂ ਨਹੀਂ ਜਾ ਰਿਹਾ। ਦਫ਼ਤਰ 'ਚ ਕਿਹਨੂੰ ਦੱਸ ਕੇ ਗਏ ਹੋ? ਕਿ ਕੋਈ ਨਾਮ ਤਾਂ ਹੋਏਗਾ, 6 ਮਹੀਨੇ ਤੁਸੀਂ ਉੱਥੇ ਰਹੇ ਹੋ, ਇੰਨਾ ਤਾਂ ਪਤਾ ਹੋਣਾ ਕਿਹਨੂੰ ਦੱਸ ਕੇ ਗਏ ਹੋ। ਦਫ਼ਤਰ ਕਮੇਟੀ ਮੈਂਬਰਾਂ ਨੂੰ, ਕਿਸੇ ਨੂੰ, ਕਿਉਂਕਿ ਮੈਨੂੰ ਤਾਂ ਇਹ ਸੀ ਨਾ ਮੈਨੂੰ ਜਾਣਾ ਵਾਪਸ, ਮੈਨੂੰ ਜੇ ਪਰਮਿਟ ਮੇਰਾ ਆ ਜਾਵੇ ਮੈਂ ਜਾਵਾਂ। ਉਹ ਪਰਮਿਟ ਉਹ ਕਹਿੰਦੇ 5 ਦਿਨ ਤੁਹਾਡਾ ਲੇਟ ਆਣਾ ਵਾ, ਹਜੇ ਨਹੀਂ ਆਣਾ ਤੁਹਾਡਾ ਪਰਮਿਟ। ਮੈਂ ਕਿਹਾ ਚਲੋ ਮੈਂ ਰੁਕ ਜਾਣਾ ਥੋੜੀ, ਤੇ 5 ਦਿਨ ਐਡੀ ਕਿਹੜੀ ਗੱਲ। ਹਾਂਜੀ, ਫਿਰ ਤੁਸੀਂ ਕਿਸੇ ਨੂੰ ਤਾਂ ਇਨਫੋਰਮ ਕਰਨਾ ਸੀ ਜਿਨ੍ਹਾਂ ਦੇ ਬੇਸ ਦੇ ਉੱਤੇ ਤੁਸੀਂ ਇੱਥੇ ਆਏ ਹੋ। ਤੁਸੀਂ ਕਿਸੇ ਨੂੰ ਇਨਫੋਰਮ ਨਹੀਂ ਕੀਤਾ। ਤੁਸੀਂ ਕਿਹਾ ਤੁਸੀਂ ਆਫਿਸ 'ਚ ਦੱਸ ਕੇ ਗਏ ਹੋ, ਆਫਿਸ ਵਾਲਿਆਂ ਨੂੰ ਪਤਾ ਆ। ਆਫਿਸ 'ਚ ਕਿਹਨੂੰ ਦੱਸਿਆ ਤੁਸੀਂ? ਉੱਥੇ ਕੋਈ ਵੀ ਨਹੀਂ ਸੀਗਾ। ਤੁਸੀਂ ਆਫਿਸ ਦੀ ਗੱਲ ਕੀਤੀ ਆ? ਤੁਸੀਂ ਆਫਿਸ ਦੀ ਗੱਲ ਕੀਤੀ, ਆਫਿਸ 'ਚ ਕੋਈ ਤਾਂ ਮੌਜੂਦ ਹੋਣਾ। ਆਫਿਸ 'ਚ ਕਿਹਨਾਂ ਨੂੰ ਦੱਸ ਕੇ ਆਏ ਹੋ ਤੁਸੀਂ? ਕਿਹਦਾ? ਤੁਸੀਂ ਹੁਣੇ ਗੱਲ ਕੀਤੀ ਹੈ ਕਿ ਤੁਸੀਂ ਆਫਿਸ ਵਿੱਚ ਕਿਸੇ ਨੂੰ ਦੱਸਿਆ। ਮੇਰੇ ਸਟਾਫ ਨੂੰ, ਸਾਰਿਆਂ ਨੂੰ ਪਤਾ, ਸਾਡੇ ਨੂੰ ਮੈਂ ਦੱਸ ਕੇ ਆਇਆ ਉਹਨਾਂ ਨੂੰ। ਕਿਹੜੇ ਸਟਾਫ ਨੂੰ ਪਤਾ? ਕੋਈ ਨਾਮ ਤਾਂ ਹੋਏਗਾ ਸਟਾਫ ਮੈਂਬਰ ਦਾ। ਸਾਡੇ ਕੀਰਤਨੀ ਜਥੇ ਨੂੰ, ਉਹਨਾਂ ਨੂੰ ਪਤਾ, ਮੈਂ ਦੱਸ ਕੇ ਆਇਆ ਉਹਨਾਂ ਨੂੰ। ਮੈਂ ਕਿਹਾ ਮੈਂ ਨਹੀਂ ਅੱਜ ਜਾ ਰਿਹਾ, ਮੈਂ ਕਿਹਾ ਮੈਂ ਰੁਕ ਰਿਹਾ ਹਾਂ। ਕਿਹੜੇ ਕੀਰਤਨੀ ਜਥੇ ਨੂੰ ਤੁਸੀਂ ਦੱਸ ਕੇ ਆਏ ਹੋ ਉੱਥੇ? ਮੈਡਮ ਨਾਮ ਤਾਂ ਹੋਏਗਾ, ਤੁਸੀਂ 6 ਮਹੀਨੇ ਉਹਨਾਂ ਦੇ ਨਾਲ ਸਮਾਂ ਸਪੈਂਡ ਕੀਤਾ। ਸਾਰੇ ਮੇਰੇ ਹਰਪਾਲ ਭਾਜੀ ਹੋਣੀ, ਉਹਨਾਂ ਨੂੰ ਮੈਂ ਦੱਸ ਕੇ ਆਇਆ ਵੀ ਮੈਂ ਅੱਜ ਨਹੀਂ ਜਾ ਰਿਹਾ। ਬਿੱਟੂ ਭਾਜੀ ਹੈਗੇ, ਉਹਨਾਂ ਨੂੰ ਪਤਾ ਮੈਂ ਨਹੀਂ ਜਾ ਰਿਹਾ। ਜਦੋਂ ਤੁਸੀਂ ਕਿਹਾ ਕਿ ਕੀਰਤਨ, ਤੁਸੀਂ ਕਿਹਾ ਕਿ ਕਮੇਟੀ ਵਾਲੇ ਉੱਥੇ ਹੈ ਨਹੀਂ ਸੀ, ਰਾਈਟ? ਤੇ ਸ਼ਾਮ ਦੇ ਟਾਈਮ ਜੇ ਤੁਸੀਂ ਉੱਥੋਂ ਨਿਕਲੇ ਹੋ, ਬਾਕੀ ਇਸ ਤੋਂ ਪਹਿਲਾਂ ਵੀ ਤਾਂ ਕਮੇਟੀ ਮੈਂਬਰ ਸੀਗੇ ਜਾਂ ਸਵੇਰੇ ਤਾਂ ਆਉਂਦੇ ਹੀ ਨੇ, ਉਹ ਹਾਜ਼ਰੀ ਭਰਨ ਤਾਂ ਆਉਂਦੇ ਹੀ ਆ ਗੁਰਦੁਆਰਾ ਸਾਹਿਬ 'ਚ। ਤੁਸੀਂ ਉਦੋਂ ਕਿਉਂ ਨਹੀਂ ਉਹਨਾਂ ਨੂੰ ਜਾਣਕਾਰੀ ਦਿੱਤੀ? ਮੈਡਮ ਸਵੇਰ ਤੋਂ ਕੋਈ ਕਿਸੇ ਨੇ ਸਾਨੂੰ ਸਰੋਪਾ ਤੱਕ ਨਹੀਂ ਪਾਇਆ। ਉੱਥੇ 6 ਮਹੀਨੇ ਬੁਲਾ ਕੇ ਉਹਨਾਂ ਨੇ ਵੀ ਹਾਂਜੀ ਜਾ ਰਿਹਾ ਕੀਰਤਨੀ ਜਥਾ। ਕਿੰਨਾ ਕੁ ਸਤਿਕਾਰ ਕੀ ਕਰਦੇ ਨੇ ਕੀਰਤਨੀ ਜਥਿਆਂ ਦਾ। ਨਹੀਂ ਤੁਸੀਂ ਫਿਰ ਜੇ ਤੁਹਾਨੂੰ ਪਹਿਲਾਂ ਪਤਾ ਸੀ ਤੁਸੀਂ ਨਹੀਂ ਜਾਣਾ, ਫਿਰ ਤੁਸੀਂ ਟਿਕਟ ਓਕੇ ਕਿਉਂ ਕਰਵਾਈ ਕਿ ਮੈਂ ਜਾਣਾ? ਪਤਾ ਸਾਨੂੰ ਐਂ ਹੀ ਕਹਿੰਦੇ ਨੇ ਕੱਲ ਤੋਂ, ਹਾਂਜੀ ਕੱਲ ਨੂੰ ਤੁਹਾਨੂੰ ਵਿਦਾਇਗੀ ਦੇਣੀ, ਵਿਦਾਇਗੀ ਚੰਗੀ ਵਿਦਾਇਗੀ ਦੇਣੀ। ਇਹ ਵਿਦਾਇਗੀ ਕਿਹੜੀ ਵਿਦਾਇਗੀ ਹੋਈ? ਸਾਨੂੰ ਤੇ ਅਸੀਂ ਵਿਦਾਇਗੀ ਦੇਣ ਕੇ ਚੱਲੇ, ਇਹਨਾਂ ਨੂੰ ਕਹਿ ਦਾਂਗਾ ਮੈਂ ਨਹੀਂ ਜਾਣਾ ਹੈਗਾ। ਕੋਈ ਆਇਆ ਵਿਦਾਇਗੀ ਦੇਣ ਨਹੀਂ ਆਇਆ। ਕਿੰਨਾ ਕੁ ਸਤਿਕਾਰ ਹੋਇਆ ਕੀਰਤਨੀਆਂ ਦਾ। ਫਿਰ ਤੁਸੀਂ ਇਹ ਦੱਸੋ ਵੀ 6 ਮਹੀਨੇ ਸੰਗਤ ਦੇ ਵਿੱਚ ਇੱਥੇ ਕੀਰਤਨ ਕੀਤਾ, ਇਹਨਾਂ ਨੇ ਸੇਵਾ ਕੀਤੀ ਆ, ਤਾਂ ਚਲੋ ਇਹਨਾਂ ਨੂੰ ਸਰੋਪਾ ਪਾ ਕੇ ਹਾਂ ਵੀ ਸਤਿਕਾਰ, ਸੰਗਤ ਨੂੰ ਪਤਾ ਲੱਗੇ ਵੀ ਕੀਰਤਨੀ ਜਥਾ ਜਾ ਰਿਹਾ ਵਾ। ਕੀ ਵਿਦਾਇਗੀ ਦੇ ਰਹੇ ਨੇ? ਨਹੀਂ ਚਲੋ ਤੁਸੀਂ ਕਿਹਾ ਕਿ ਵਿਦਾਇਗੀ ਦੀ ਗੱਲ, ਚਲੋ ਇਸ ਗੁੱਸੇ ਦੇ ਮਾਰੇ ਤੁਸੀਂ ਦੱਸਿਆ ਨਹੀਂ ਕਮੇਟੀ ਮੈਂਬਰਾਂ ਨੂੰ? ਸੁਣਾ ਗੁੱਸਾ ਛੱਡੋ ਤੁਸੀਂ। ਨਹੀਂ ਤੁਸੀਂ ਫਿਰ ਇਹ ਪੁੱਛੋ ਮੈਡਮ, ਤੁਸੀਂ ਜੇ ਵਿੱਚ ਹੁਣ ਵਿੱਚ ਪੈ ਕੇ ਗੱਲ ਕਰ ਰਹੇ ਹੋ, ਇਹਨਾਂ ਨੂੰ ਤੁਸੀਂ ਦੱਸੋ ਵੀ ਤੁਸੀਂ ਜਥਾ ਬੁਲਾਇਆ, ਤੁਸੀਂ ਉਹਨਾਂ ਨੂੰ ਕਿੰਨਾ ਕੁ ਸਤਿਕਾਰ ਕਰਕੇ ਭੇਜਿਆ ਜਥੇ ਦਾ? ਜਦ ਤੁਸੀਂ ਇੱਥੇ ਵਰਕ ਪਰਮਿਟ ਤੇ ਜਾਂ ਤਾਂ ਫਿਰ ਤੁਸੀਂ ਸਿੱਧਾ ਹੀ ਆ ਜਾਂਦੇ। ਫਿਰ ਇਹਨਾਂ ਦੇ ਲੈਟਰ ਦੀ ਵੇਟ ਕਿਉਂ ਕੀਤੀ? ਇਹਨਾਂ ਦੇ ਲੈਟਰ ਦੀ ਵੇਟ ਕਿਉਂ ਕਰਦੇ ਪਏ ਸੀ? ਤੁਸੀਂ ਵਰਕ ਪਰਮਿਟ ਤੇ ਆਉਣਾ ਸੀ, ਤੁਸੀਂ ਡਾਇਰੈਕਟ ਆ ਜਾਂਦੇ। ਇਹਨਾਂ ਨੂੰ ਵੀ ਕਿਹਾ ਸੀ ਵਧਾ ਦਿਓ ਵੀਜ਼ਾ, ਇਹਨਾਂ ਨੇ ਵਧਾਇਆ। ਮੇਰਾ ਵੀਜ਼ਾ ਨਵੰਬਰ ਵਿੱਚ ਖਤਮ ਹੋ ਗਿਆ ਹੈਗਾ। ਐ ਤਾਂ ਸਰ ਇੱਥੇ ਹਰ ਮਹੀਨੇ ਰਾਗੀ ਚ ਇੱਥੇ ਆਉਂਦੇ ਨੇ, ਕਿੰਨਿਆਂ ਕਦੇ ਵਧਾਉਣਗੇ ਉਹ ਵੀਜ਼ਾ? ਹਾਂ ਉਹ ਇਹੀ ਤਾਂ ਇਹਨਾਂ ਦੀ ਪ੍ਰੋਬਲਮ ਹੈ। ਇਹ ਚਾਹੁੰਦੇ ਨੇ ਵੀ ਰਾਗੀ ਜਥਾ ਸਾਡੇ ਥੱਲੇ ਲੱਗ ਕੇ ਰਵੇ। ਕਿਉਂ ਰਵੇ ਇਹਨਾਂ ਦਾ ਥੱਲੇ ਲੱਗ ਕੇ? ਰਾਗੀ ਜਥਾ ਆਪਣਾ ਸਟੈਂਡ ਨਹੀਂ ਲੈ ਸਕਦਾ ਕੋਈ? ਇਹਨਾਂ ਨੇ ਤੁਹਾਨੂੰ ਆਉਣ ਤੋਂ ਪਹਿਲਾਂ ਤੁਹਾਡੇ ਤੋਂ ਕੋਈ ਪੈਸੇ ਮੰਗੇ ਸੀ? ਨਾ। ਫਿਰ ਤੁਹਾਨੂੰ ਪਤਾ ਇੱਥੇ ਇੱਕ LMI ਲਈ ਕਿੰਨੇ ਪੈਸੇ ਲਈ ਜਾਂਦੇ? ਤੁਸੀਂ ਇੱਥੇ ਆ ਰਹੇ ਹੋ ਕਮੇਟੀ ਦੇ ਸੱਦੇ ਤੇ, ਇੱਥੇ ਆ ਰਹੇ ਹੋ ਤੇ ਤੁਸੀਂ ਕਮੇਟੀ ਨੂੰ ਹੀ ਨਿੰਦ ਰਹੇ ਹੋ। ਮੈਡਮ ਮੈਂ ਨਹੀਂ ਨਿੰਦ ਨਹੀਂ ਰਿਹਾ ਉਹਨਾਂ ਨੂੰ। ਤੁਸੀਂ ਮੇਰੇ ਤੇ ਦੋਸ਼ ਲਾ ਰਹੇ। ਮੈਂ ਭੱਜਿਆ ਨਹੀਂ ਹੈਗਾ। ਮੈਂ ਨਹੀਂ ਕਿਤੇ ਭੱਜਿਆ। ਮੈਂ ਕਿੱਥੇ ਜਾਣਾ? ਸਰ ਤੁਸੀਂ ਜਦ ਬਿਨਾਂ ਦੱਸੇ ਕਿਸੇ ਨੂੰ 에ਅਰਪੋਰਟ ਤੋਂ ਗਾਇਬ ਹੋਵੋਗੇ ਤਾਂ ਤੁਹਾਡੇ ਤੇ ਹੋਰ ਤੁਸੀਂ ਕੀ ਸੋਚ ਰਹੇ ਹੋ ਕਿ ਇਲਜ਼ਾਮ ਨਹੀਂ ਲੱਗਣਗੇ? ਮੈਡਮ ਇਹ ਪਤਾ ਹੁਣ ਮੇਰੇ ਤੇ ਕਿਉਂ ਦੋਸ਼ ਲਾ ਰਹੇ ਨੇ? ਚਾਹੁੰਦੇ ਸੀ ਟਾਈਮ ਬਤਾਉਣ, ਮੈਂ ਨਹੀਂ ਵਧਾਇਆ। ਮੈਂ ਨਹੀਂ ਚਾਹੁੰਦਾ ਸੀ ਕਮੇਟੀ ਦੇ ਥੱਲੇ ਲੱਗ ਕੇ ਹੋ ਰਹਿਣਾ। 6 ਮਹੀਨੇ ਨਾਲ ਤਾਂ ਸੀਗਾ ਮੇਰਾ ਗੱਲ, 6 ਮਹੀਨੇ ਪੂਰੇ ਕੀਤੇ ਮੈਂ। ਅਨੰਤਵੀਰ ਜੀ ਨੂੰ ਇਹਦੇ ਬਾਰੇ ਜਾਣਕਾਰੀ ਸੀਗੀ ਕਿ ਤੁਸੀਂ ਨਹੀਂ ਜਾ ਰਹੇ ਵਾਪਸ? ਹਾਂਜੀ, ਉਹਨਾਂ ਨੂੰ ਜਦੋਂ ਮੈਂ 에ਅਰਪੋਰਟ ਤੇ ਪਹੁੰਚਿਆ ਮੈਂ ਦੱਸਤਾ ਸੀ, ਮੈਂ ਕਿਹਾ ਮੈਂ ਨਹੀਂ ਜਾ ਰਿਹਾ ਵਾਪਸ। ਤੁਸੀਂ ਇਹ ਦੱਸੋ ਕਿ ਅਨੰਤਵੀਰ ਜੀ ਪਹਿਲਾਂ ਇਹ ਗੱਲ ਕਲੀਅਰ ਕਰ ਦਿਓ ਕਿ ਤੁਹਾਡੇ ਰਿਸ਼ਤੇਦਾਰ ਨੇ, ਮਾਮਾ ਜੀ ਦੇ ਬੇਟੇ ਨਹੀਂ ਆ, ਤੁਹਾਡੇ ਉਸਤਾਦ ਨੇ ਉਹ? ਹਾਂਜੀ ਉਸਤਾਦ ਨੇ ਬੇਟੇ, ਮੈਂ ਕਜ਼ਨ ਆ ਸੀ। ਕਜ਼ਨ ਹੋ ਤੁਸੀਂ? ਵਾਪਸ ਜਾ ਕੇ ਗੁਰੂ ਘਰ ਦੀ ਕਮੇਟੀ ਨਾਲ ਕੋਈ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਨਹੀਂ ਜਾਣ ਰਿਹਾ, ਮੇਰਾ ਪਲਾਨ ਚੇਂਜ ਹੋ ਗਿਆ ਜਾਂ ਮੈਂ ਅਪਲਾਈ ਕਰਦਾ? ਅੱਗੋਂ ਮੈਨੂੰ ਕਹਿੰਦੇ ਤੂੰ ਆਏਗਾ ਤੈਨੂੰ ਵਾਪਸ ਭੇਜ ਦੇਣਾ ਇੱਥੋਂ, ਧੱਕਾ ਕਰਨਾ ਇਹ ਉਹ ਫਲਾਣਾ। ਮੈਂ ਧੱਕਾ ਜ਼ਰੂਰ ਕਰਵਾਉਣਾ ਆਪਣਾ। ਨਹੀਂ ਤੁਸੀਂ ਗੱਲ ਵੀ ਤਾਂ ਕਰ ਸਕਦੇ ਸੀ, ਕੀ ਪਤਾ ਉਹ ਨਾ ਕਹਿੰਦੇ। ਮੈਡਮ ਮੈਨੂੰ ਪਤਾ ਇਹਨਾਂ ਦਾ, ਜਿਹੜੇ ਮੈਨੂੰ ਲਾਇਸੈਂਸ ਤੱਕ ਨਹੀਂ ਲੈਣ ਦੇ ਰਹੇ ਸੀਗੇ, ਵੀ ਉਹ ਕਹਿ ਰਹੇ ਸੀਗੇ ਤੈਨੂੰ ਲਾਇਸੈਂਸ ਦੀ ਕੀ ਲੋੜ ਪਈ ਹੈ, ਡਰਾਈਵਿੰਗ ਲਾਇਸੈਂਸ। ਤੁਸੀਂ ਆਪਣੇ ਪਲਾਨਸ ਕਮੇਟੀ ਨਾਲ ਸਾਂਝੇ ਕੀਤੇ? ਮੈਨੂੰ ਅੱਗੋਂ ਸਵਾਲ ਆਇਆ ਕਿ ਤੈਨੂੰ ਕੀ ਲੋੜ ਪਈ ਲਾਇਸੈਂਸ ਲੈਣ ਦੀ, ਇਦਾਂ ਇਹ ਉਹ ਤੁਸੀਂ ਕੀ ਕਰਨਾ? ਇਹ ਮਤਲਬ ਚਾਹੁੰਦੇ ਨੇ ਵੀ ਇਹ ਸਾਡੇ ਥੱਲੇ ਲੱਗ ਕੇ ਰਹਿਣ, ਜਦੋਂ ਵੀ ਆਉਣ ਅਸੀਂ ਇਹਨਾਂ ਦੇ ਦਬਾਅ ਪਾ ਕੇ ਰੱਖੀਏ, ਇਹ ਇਦਾਂ ਦਾ ਬਾਹਰ ਅੰਦਰ ਕੁਛ ਨਾ ਕਰ ਸਕਣ। ਏਦਾਂ ਦਾ ਕੋਈ ਚੱਕਰ ਨਹੀਂ ਹੈ ਸਾਡਾ। ਮੈਨੂੰ ਜੇ ਸਰਕਾਰ ਨੇ ਕੋਈ ਹੱਕ ਦਿੱਤੇ ਨੇ, ਮੈਨੂੰ ਲੈਣ ਦਾ ਹੱਕ ਨਹੀਂ ਹੈ ਕੁਛ ਵੀ ਹਾਂ ਵੀ ਮੈਂ ਆ ਚੀਜ਼ ਐਕਸੈਪਟ ਕਰਾਂ।
ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਾ ਹੁਣ ਇਹ ਕਹਿਣਾ ਹੈ ਕਿ ਜਦ 6 ਮਹੀਨੇ ਦਾ ਸਮਾਂ ਪੂਰਾ ਹੋ ਗਿਆ ਸੀ ਤਾਂ ਇਸ ਦੇ ਬਾਵਜੂਦ ਭੁਪਿੰਦਰ ਸਿੰਘ ਵਾਪਸ ਕਿਉਂ ਨਹੀਂ ਗਏ ਤੇ ਨਾ ਹੀ ਭੁਪਿੰਦਰ ਸਿੰਘ ਨੇ ਇਸ ਦੇ ਬਾਰੇ ਵਿੱਚ ਕੋਈ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਕਿਸੇ ਵੀ ਮੈਂਬਰ ਨਾਲ ਜਾਂ ਪ੍ਰਬੰਧਕੀ ਕਮੇਟੀ ਦੇ ਨਾਲ ਸਾਂਝੀ ਕੀਤੀ ਹੈ। ਹੁਣ ਇੱਥੇ ਕੌਣ ਸਹੀ ਹੈ ਕੌਣ ਗਲਤ ਇਸ ਦੇ ਬਾਰੇ ਤਾਂ ਤੁਸੀਂ ਜਾਣਕਾਰੀ ਦੇ ਸਕਦੇ ਹੋ, ਪਰ ਇਹਨਾਂ ਦੋਵਾਂ ਦੇ ਨਾਲ ਹਮਦਰਦ ਟੀਵੀ ਨੇ ਪੂਰੀ ਗੱਲ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਨੇ ਹਮਦਰਦ ਟੀਵੀ ਨਾਲ ਜੋ ਗੱਲਬਾਤ ਕੀਤੀ ਅਸੀਂ ਤੁਹਾਡੇ ਸਨਮੁਖ ਰੱਖ ਰਹੇ ਹਾਂ ਇਹ ਗੱਲਬਾਤ। ਰਮਿੰਦਰ ਜੀ ਉਹ ਕਹਿ ਰਹੇ ਨੇ, ਭੁਪਿੰਦਰ ਜੀ ਸਾਡੇ ਨਾਲ ਇਸ ਵਕਤ ਮੌਜੂਦ ਨੇ। ਭੁਪਿੰਦਰ ਜੀ ਕਹਿ ਰਹੇ ਨੇ ਕਿ ਇਹਨਾਂ ਨੇ ਟਿਕਟ ਆਪਦੀ ਕਰਵਾਈ ਹੋਈ ਹੈ ਤੇ ਇਹ ਵਾਪਸ ਜਾਣ ਨੂੰ ਤਿਆਰ ਨੇ। ਸਿਰਫ ਕਮੇਟੀ ਤੇ ਵੀ ਥੋੜੀ ਜਿਹੀ ਗੱਲਬਾਤ ਹੋ ਰਹੀ ਹੈ ਕਿ ਕਮੇਟੀ ਨੇ ਕੋਈ ਸਨਮਾਨ ਨਹੀਂ ਕੀਤਾ ਸਾਡਾ ਜਾਣ ਲੱਗਿਆਂ ਦਾ। ਵਾਧੂ ਹੀ ਇਹਨਾਂ ਨੂੰ ਜਾਣ ਲੱਗੇ ਵਿਦਾਇਗੀ ਦਿੱਤੀ ਹੈ ਜੀ। ਉਹ ਕਹਿੰਦੇ ਵਿਦਾਇਗੀ ਨਹੀਂ ਦਿੱਤੀ ਗਈ। ਭਾਜੀ ਇਹ ਮੈਡਮ ਕਹਿੰਦੇ ਪਏ ਨੇ ਵੀ ਤੁਹਾਨੂੰ ਤਨਖਾਹ ਦਿੱਤੀ ਕਮੇਟੀ ਵਾਲਿਆਂ ਨੇ। ਨਹੀਂ ਮੈਂ ਤੁਹਾਨੂੰ ਪੁੱਛਿਆ ਕਿ ਤਨਖਾਹ ਕੋਈ ਮਿਲੀ ਆ ਜਾਂ ਨਹੀਂ ਮਿਲੀ, ਮੈਂ ਤੁਹਾਨੂੰ ਇਹ ਪੁੱਛ ਰਹੀ ਹਾਂ। ਤੇ ਤੁਸੀਂ ਇਹ ਕਿਹਾ ਤਨਖਾਹ ਦਾ ਕੋਈ ਚੱਕਰ ਨਹੀਂ ਹੈਗਾ। ਤੁਸੀਂ ਕਿਹਾ ਜੀ ਕਮੇਟੀ ਨੇ ਵਿਦਾਇਗੀ ਨਹੀਂ ਦਿੱਤੀ। ਕਮੇਟੀ ਵਾਲੇ ਉੱਥੇ ਸੀਗੇ ਵੀ ਤੁਸੀਂ ਉਹਨਾਂ ਨੂੰ ਦੱਸਿਆ ਨਹੀਂ। ਮੈਂ ਕਿਹਾ ਮੈਡਮ ਕੋਈ ਕਮੇਟੀ ਵਾਲਾ ਨਹੀਂ ਸੀਗਾ ਉੱਥੇ ਜਿਸ ਟਾਈਮ ਤੇ ਅਸੀਂ ਆਏ ਆ ਨਿਕਲੇ ਸੀ ਗੁਰਦੁਆਰੇ ਜਦੋਂ। ਪਰਮਿੰਦਰ ਜੀ ਸਾਨੂੰ ਇਹ ਕਿਹਾ ਗਿਆ ਕਿ ਕਮੇਟੀ ਨੇ ਸਾਨੂੰ ਲਾਸਟ ਮੂਮੈਂਟ ਤੇ ਕੋਈ ਵਿਦਾਇਗੀ ਨਹੀਂ ਦਿੱਤੀ, ਕੋਈ ਸਿਰੋਪਾਓ ਨਹੀਂ ਪਾਇਆ ਕੋਈ ਸੰਗਤ ਅੱਗੇ। ਭਾਜੀ ਮੈਂ ਇੱਕ ਮਿੰਟ ਮੈਡਮ ਤੁਹਾਨੂੰ ਮੈਂ ਦੱਸਿਆ ਨਾ ਵੀ $100 ਦਿੱਤਾ। ਤੁਸੀਂ ਮੈਨੂੰ ਇਹ ਕਿਹਾ ਕਿ ਸਿਰੋਪਾਓ ਪਾ ਕੇ ਸੰਗਤ ਵਿੱਚ ਬਹਿ ਕੇ ਕੋਈ ਵਿਦਾਇਗੀ ਹੁੰਦੀ ਹੈ ਢੰਗ ਨਾਲ ਨਹੀਂ ਦਿੱਤੀ ਗਈ। ਇਹੀ ਕਿਹਾ ਵੀ ਮੈਂ ਭਾਜੀ ਮੈਂ ਇਹਨਾਂ ਨੂੰ ਇਹ ਕਿਹਾ ਮੈਂ ਕਿਹਾ ਵਿਦਾਇਗੀ ਹੁੰਦੀ ਆ ਵੀ ਜਸਟ ਇੰਨੀ ਦੇ ਸੰਗਤ ਦੀ ਸੇਵਾ ਕੀਤੀ ਆ ਤੁਸੀਂ ਤੇ ਵੀ ਜਾਣ ਲੱਗੇ ਵੀ ਚਲੋ ਸੰਗਤ ਪੂਰਾ ਸਤਿਕਾਰ ਜਿਵੇਂ ਸਤਿਕਾਰ ਨਾਲ ਤੁਸੀਂ ਬੁਲਾਇਆ ਸਤਿਕਾਰ ਨਾਲ ਰੱਖਿਆ ਸਤਿਕਾਰ ਨਾਲ ਸਰੂਪਾ ਦਿਓ ਵਾਪਸ ਦਿਓ ਵੀ ਜਿਵੇਂ ਵਿਦਾਇਗੀ ਹੁੰਦੀ ਜਿਹੜੀ ਉਹ ਵਿਦਾਇਗੀ। ਇਹ ਮੈਡਮ ਕਹਿੰਦੇ ਵੀ ਵਿਦਾਇਗੀ ਵਿੱਚ ਕੋਈ ਪੈਸੇ ਵਗੈਰਾ ਹੁੰਦੇ। ਮੈਂ ਕਿਹਾ ਮੈਡਮ ਵਿਦਾਇਗੀ ਪੈਸਿਆਂ ਨਾਲ ਨਹੀਂ ਹੁੰਦੀ, ਵਿਦਾਇਗੀ ਹੁੰਦੀ ਹੈ ਸੰਗਤ ਵਿੱਚ ਸਰੂਪਾ ਦਿੱਤਾ ਹਾਂ ਵੀ ਇਹ ਵਾਪਸ ਜਾ ਰਹੇ ਨੇ। ਪੂਰਾ ਇਹਨਾਂ ਨੂੰ ਗੱਡੀ ਦਾ ਕਿਰਾਇਆ ਵੀ ਦਿੱਤਾ ਜੀ ਜਾਣ ਲੱਗਿਆ ਭਾਜੀ ਨਹੀਂ ਦਿੱਤਾ ਕਿਰਾਇਆ। ਉਹ ਟੈਕਸੀ ਤੇ ਤੁਸੀਂ ਗਏ ਕਿ ਨਹੀਂ ਗਏ? ਨਹੀਂ ਗਏ ਭਾਜੀ ਆਪਣੀ ਕਜ਼ਨ ਦੀ ਗੱਡੀ 'ਚ ਗਏ ਆ ਟੈਕਸੀ ਦਾ। ਇਹ ਕਹਿ ਰਹੇ ਨੇ ਸਰ ਕਮੇਟੀ ਕਹਿ ਰਹੇ ਨੇ ਕਿ ਅਸੀਂ ਦੱਸ ਦਿੰਦੇ ਪਰ ਕਮੇਟੀ ਦਾ ਕੋਈ ਮੈਂਬਰ ਉੱਥੇ ਹੈ ਨਹੀਂ ਸੀ। ਤੁਹਾਡੇ ਨਾਲ ਪਹਿਲਾਂ ਵੀ ਕੋਈ ਗੱਲ ਨਹੀਂ ਹੋਈ? ਐਦਾਂ ਯਕੀਨ ਕੀਤਾ ਮੇਰੀ ਗੱਲ ਹੁਣ ਇਹ ਅਨੰਦਵੀਰ ਦਾ ਆਪਣਾ ਕਜ਼ਨ ਹੈ। ਹਾਂਜੀ ਅਸੀਂ ਜਾ ਕੇ ਛੱਡ ਕੇ ਆਈਦਾ ਦੂਸਰੇ ਤੱਕ ਮੈਂ ਵੀ ਆਪਣਾ ਭਰਾ ਵੀ ਇਹਨੂੰ ਆਪੀ ਚਲੇ ਜਾਣਾ ਕੋਈ ਚੱਕਰ ਨਹੀਂ ਜੀ। ਬਾਪੀ ਜਿਹੜੇ ਭਾਜੀ ਮੇਰੇ ਸਾਹਮਣੇ ਨਾ ਤੁਸੀਂ ਅੰਮ੍ਰਿਤਪਾਲ ਬਾਬਾ ਜੀ ਦੇ ਨਾਲ ਗੱਲ ਕੀਤੀ ਆ। ਉਹਨਾਂ ਨੇ ਕਿਹਾ ਵੀ ਟੈਕਸੀ ਦਾ ਤੁਸੀਂ ਕਿਹਾ ਵੀ ਆਪੇ ਕਰ ਲੈਣਗੇ। ਨਹੀਂ ਮੈਂ ਕਿਹਾ ਟੈਕਸੀ ਨੂੰ ਕਿਹਾ ਵੀ ਦੇ ਦੇ ਪੈਸੇ ਉਹਨੂੰ ਕਿਹਾ ਆਲਰੇਡੀ। ਨਹੀਂ ਭਾਜੀ ਨਹੀਂ ਕਿਹਾ। ਫਿਰ ਅੰਮ੍ਰਿਤਪਾਲ ਬਾਬਾ ਜੀ ਨੇ ਦਿੱਤੇ ਨਹੀਂ। ਚੱਲ ਤੂੰ ਛੱਡ ਯਾਰ ਤੂੰ 에어ਪੋਰਟ ਤੇ ਤੁਹਾਨੂੰ ਤਾਂ ਕਿਹਾ ਵੀ ਤੂੰ ਜਾਣਾ ਇਹ ਤਾਂ ਗੱਲ ਹੋਈ ਹੈ ਕਿ ਨਹੀਂ? ਹਾਂਜੀ ਫਿਰ ਭੁਪਿੰਦਰ ਜੀ ਜਦੋਂ ਤੁਸੀਂ ਪਹਿਲਾਂ ਅਪਲਾਈ ਕੀਤਾ ਹੋਇਆ ਸੀ ਪਰਮਿਟ ਤੁਸੀਂ ਕਮੇਟੀ ਨੂੰ ਇਹਦੇ ਬਾਰੇ ਕਿਉਂ ਨਹੀਂ ਦੱਸਿਆ? ਤੁਸੀਂ ਕਿ ਐਂਡ ਮੂਵਮੈਂਟ ਤੇ ਜਾ ਕੇ ਉੱਥੇ ਟਿਕਟ ਓਕੇ ਹੋਈ ਸੀ। ਇਹਦੇ ਬਾਰੇ ਕਮੇਟੀ ਬਾਰੇ ਗੱਲ ਕਰੋ। ਆ ਕਮੇਟੀ ਸਾਨੂੰ ਕੁਝ ਨਹੀਂ ਦੱਸਿਆ। ਹਾਂ ਮੈਂ ਭਾਜੀ ਪਹਿਲਾਂ ਨਾ ਜਦੋਂ 2 ਦਿਨ ਬਾਅਦ ਪਤਾ ਲੱਗਿਆ ਵੀ ਇੱਥੇ ਰਹਿ ਗਿਆ ਮੈਨੂੰ ਤਾਂ ਉੱਥੇ ਫੋਨ ਆਇਆ ਵੀ ਬੰਦਾ ਗਿਆ ਨਹੀਂਗਾ ਤਾਂ ਮੈਂ ਇਹਨੂੰ ਕਾਲਗੀ ਨੇ ਫੋਨ ਨਹੀਂ ਚੱਕਿਆ। ਫਿਰ ਮੈਂ ਅਨੰਦਵੀਰ ਨੂੰ ਫੋਨ ਕੀਤਾ ਫਿਰ ਇਹਨੇ ਮੈਨੂੰ ਕਾਲ ਕੀਤੀ ਭਾਜੀ ਮੈਂ 5 ਦਿਨ ਚਲੇ ਜਾਊਂਗਾ। ਮੈਂ ਕਿਹਾ ਤੂੰ ਜਾ ਹੁਣੇ ਜਾ। ਨਾ 5 ਦਿਨਾਂ ਚ ਨਹੀਂ ਭਾਜੀ ਮੈਂ ਕਿਹਾ 5 ਦਿਨ ਉਹਨੇ ਲੱਗਣੇ ਮੈਨੂੰ ਪਰਮਿਟ ਮੇਰਾ ਆ ਗਿਆ। ਮੈਂ ਵੈਨਕੂਵਰ ਤੋਂ ਹੁਣ ਲੈ ਲਿਆ ਪਰਮਿਟ ਮੇਰਾ ਚੱਕ ਲਿਆ। ਪਰਮਿੰਦਰ ਜੀ ਭੁਪਿੰਦਰ ਜੀ ਕਹਿ ਰਹੇ ਨੇ ਕਿ ਇਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਅਸੀਂ ਲਾਇਸੈਂਸ ਲਈ ਅਪਲਾਈ ਕਰਨਾ ਤੇ ਕਮੇਟੀ ਨੇ ਮੈਨੂੰ ਅਪਲਾਈ ਨਹੀਂ ਕਰਨ ਦਿੱਤਾ ਤਾਂ ਕਰਕੇ ਮੈਂ ਦੱਸਿਆ ਨਹੀਂ। ਉਹ ਕਹਿੰਦੇ ਤਾਂ ਮੈਂ ਦੱਸਿਆ ਨਹੀਂ ਕਿਉਂਕਿ ਇਹ ਕਿਹਾ ਵੀ ਮੈਂ ਟੀਡੀ ਬੈਂਕ ਚ ਮੈਨੂੰ ਪਾਸਪੋਰਟ ਚਾਹੀਦਾ ਮੈਨੂੰ। ਇੱਕ ਮਿੰਟ ਭਾਜੀ ਉਹ ਮੈਨੂੰ ਟੀਡੀ ਬੈਂਕ ਲਈ ਚਾਹੀਦਾ ਸੀਗਾ। ਮੈਂ ਤੁਹਾਡੇ ਕੋਲ ਤੁਹਾਡੇ ਨਾਲ ਲਾਇਸੈਂਸ ਦੀ ਗੱਲ ਹੋਈ ਸੀਗੀ ਤੁਸੀਂ ਕਿਹਾ ਸੀ ਲਾਇਸੈਂਸ ਦੀ ਕੀ ਲੋੜ ਪਈ ਆ? ਮੁੜ ਕੇ ਮੈਨੂੰ ਦਿੱਤਾ ਨਹੀਂ। ਮੈਂ ਤੁਹਾਨੂੰ ਪਾਸਪੋਰਟ ਇੱਕ ਵਾਰ ਦਿੱਤਾ ਤੁਹਾਨੂੰ। ਭਾਜੀ ਮੈਂ ਤਾਂ ਕਹਿੰਦਾ ਮੈਨੂੰ ਪਾਸਪੋਰਟ ਦੀ ਲੋੜ ਹੀ ਨਹੀਂ ਪਈ। ਪਾਸਪੋਰਟ ਤਾਂ ਉਹਨਾਂ ਨੇ ਈਮੇਲ ਤੇ ਮੇਰਾ ਚੱਕ ਲਿਆ ਸੀ ਸਾਰਾ ਕੁਝ। ਉਹ ਮੈਨੂੰ ਪਰਮਿਟ ਲਈ ਪਾਸਪੋਰਟ ਦੀ ਕਿਸੇ ਪਾਸੇ ਦੀ ਲੋੜ ਪਈ। ਸਾਨੂੰ ਇਹਨੇ ਕੋਈ ਪਰਮਿਟ ਨਹੀਂ ਪੁੱਛਿਆ ਜੀ ਨਾ ਨੰਦਵੀਰ ਨੇ ਪੁੱਛਿਆ। ਇਹਦੇ ਵਿੱਚ ਇਹਨਾਂ ਨੇ ਬੇਈਮਾਨੀ ਕੀਤੀ। ਇਹ ਕਹਿੰਦੇ ਕਿ ਵੀ ਅਸੀਂ ਇਹਨਾਂ ਨੂੰ ਕਿਹਾ ਸੀਗਾ ਕਿ ਵੀ ਮੈਂ ਲੈਣਾ ਚਾਹੁੰਦਾ ਲਾਇਸੈਂਸ ਲੈਣਾ ਚਾਹੁੰਦਾ ਕਮੇਟੀ ਨੇ ਮੈਨੂੰ ਮਨਾ ਕਰ ਦਿੱਤਾ ਤਾਂ ਮੈਂ ਦੱਸਿਆ ਨਹੀਂ। ਮੈਂ ਲਾਇਸੈਂਸ ਦਾ ਇੱਥੇ ਜਿਹੜੇ 10 ਸਾਲ ਦਾ ਕਈ ਆਉਂਦੇ 20 ਲਾਇਸੈਂਸ ਸਾਰੇ ਲਈ ਫਿਰਦੇ ਆ। ਸਾਨੂੰ ਤਾਂ 10 ਦਾ ਕੋਈ ਚੱਕਰ ਹੀ ਨਹੀਂ ਲਈ ਜਾਵੇ ਕੋਈ ਲਈ ਜਾਵੇ। ਵੀਜ਼ਾ 10 ਸਾਲ ਦਾ ਪਹਿਲਾਂ ਲੱਗਿਆ ਸੀ ਸਾਡੀ ਰਾਹਤਦਾਰੀ ਇਹਨਾਂ ਨੂੰ ਗਈ ਤਾਂ ਇਹਨਾਂ ਨੂੰ ਐਂਟਰ ਕੀਤਾ। ਇਦਾਂ ਕਹਿੰਦੇ ਕਮੇਟੀ ਦਾ ਕੋਈ ਯੋਗਦਾਨ ਨਹੀਂ ਹੈਗਾ ਸੀਗਾ ਇਹਦੇ ਵਿੱਚ। ਕਮੇਟੀ ਨੇ ਸਿਰਫ ਲੈਟਰ ਦਿੱਤੀ ਸੀ ਸਾਨੂੰ। ਕਮੇਟੀ ਨੇ ਸਿਰਫ ਲੈਟਰ ਦਿੱਤੀ ਸੀ। ਵੀਜ਼ੇ ਚ ਪੁੱਛ ਰਹੇ ਨੇ ਮੈਡਮ। ਨਹੀਂ ਵੀਜ਼ੇ ਨਹੀਂ ਇੱਥੇ ਆਉਣ ਤੱਕ ਵੀਜ਼ਾ ਲੱਗ ਜਾਂਦਾ ਪਰ ਇੱਥੇ ਆਉਣ ਦੇ ਲਈ ਰਾਹ ਵੀ ਤਾਂ ਓਪਨ ਹੋਣਾ ਚਾਹੀਦਾ। ਮੈਡਮ ਨੂੰ ਮੈਂ ਸਾਰੀ ਗੱਲ ਕਹੀ ਹੈ। ਮੈਂ ਕਿਹਾ ਮੈਂ ਲੈਟਰ ਮੈਨੂੰ ਦਿੱਤੀ ਇਹਨਾਂ ਨੇ ਦਿੱਤੀ ਗੁਰਦੁਆਰੇ ਵਾਲਿਆਂ ਨੇ ਵੀ ਤੁਹਾਨੂੰ ਜੇ ਇਮੀਗ੍ਰੇਸ਼ਨ ਵਾਲੇ ਪੁੱਛੋ ਵੀ ਤੁਸੀਂ ਕਿੱਥੇ। ਲੈਟਰ ਵੀ ਨੰਦਵੀਰ ਨੂੰ ਦਿੱਤੀ ਸੀ। ਨੰਦਵੀਰ ਨੇ ਕਿਹਾ ਵੀ ਪੈਸਾ ਭੇਜ ਦਿਓ ਇਹਨਾਂ ਨੇ ਮੇਰੇ ਨਾਲ ਕੀਰਤਨ ਕਰਦੇ
ਸਾਰਾ ਮੇਰਾ ਪ੍ਰੋਗਰਾਮ ਦੇਖਦੇ ਨਹੀਂ ਤਾਂ ਹਾਂਜੀ, ਪਰਮਿੰਦਰ ਜੀ, ਇਸ ਗੱਲ ਦਾ ਪਰਮਿੰਦਰ ਜੀ, ਨੂੰ ਪਾਉਣਾ ਵੀ ਪਰਮਿੰਦਰ ਜੀ, ਭੁਪਿੰਦਰ ਜੀ ਕਹਿ ਰਹੇ ਨੇ ਇਹਨਾਂ ਨਾਲ 2 ਜਣੇ ਹੋਰ ਆਏ ਸੀ ਜਥੇ ਦੇ ਵਿੱਚ, ਉਹਨਾਂ ਨੂੰ ਸਾਰੀ ਉਹ ਚਲੇ ਗਏ, ਜਾਣਕਾਰੀ ਸੀ, ਉਹ ਉਹਨਾਂ ਨੂੰ ਸਾਰੀ ਉਹ ਚਲੇ- ਜਾਣਕਾਰੀ ਸੀ, ਪਰ ਉਹਨਾਂ ਨੇ ਤੁਹਾਡੇ ਨਾਲ ਨਹੀਂ ਗੱਲ ਕੀਤੀ ਹੈਗੀ, ਕਮੇਟੀ ਦੇ ਨਾਲ ਨਹੀਂ ਮੈਂ ਵੀ। ਕਿਸੇ ਨਾਲ ਨਹੀਂ ਕੀਤੀ, ਕਿਸੇ ਨੂੰ ਨਹੀਂ ਪਤਾ ਜੀ। ਸਾਨੂੰ ਫਿਰ ਜੇ ਸਾਨੂੰ ਪਤਾ ਹੋਵੇ ਅਸੀਂ ਇਹ ਕੰਮ ਕਾਹਤੇ ਕਰੀਏ? ਅਸੀਂ ਅਨੰਤਵੀਰ ਨੂੰ ਕਾਹਤੇ ਗੁੱਸੇ ਹੋਈਏ? ਭੁਪਿੰਦਰ ਜੀ ਕੁਝ ਕਹਿਣਾ ਚਾਹੋਗੇ? ਤੁਸੀਂ ਕਿਹਾ ਸੀ ਕਮੇਟੀ ਨਾਲ ਗੱਲ ਕਰਵਾ ਦਿਓ, ਮੈਂ ਕਰਨ ਨੂੰ ਤਿਆਰ ਹਾਂ। ਸੋ ਇਹ ਕਹਿ ਰਹੇ ਨੇ ਜੀ ਮੇਰੀ ਇੰਡੀਆ ਦੀ ਓਪਨ ਟਿਕਟ ਹੋਈ ਆ, ਪਰਮਿਟ ਮਿਲ ਗਿਆ ਤਾਂ ਮੈਂ ਵਾਪਸ ਚਲ ਜਾਊਂ। ਮੈਂ ਕਿਹੜਾ ਭੱਜਿਆ ਬਾਈ ਫੇਸ ਮੈਂ ਬਹਿ ਜਾਂਦਾ, ਦੱਸੋ ਮੈਂ ਕਿਹੜਾ ਕਿਤੇ ਭੱਜਿਆ ਹੈ? ਠੀਕ ਹੈ ਗੱਲ ਥੋੜੀ ਫੋਨ ਤੇ ਇਸ ਵਕਤ ਮੌਜੂਦ ਨੇ ਤੁਸੀਂ ਕਮੇਟੀ ਨਾਲ ਕੀ ਜਿਹੜੀ ਕਮੇਟੀ ਨੇ ਇੱਕ ਤੁਹਾਨੂੰ ਲੈਟਰ ਦਿੱਤਾ ਹੈ, ਐਡੀ ਵੱਡੀ ਸਪੋਰਟ ਪ੍ਰੋਵਾਈਡ ਕੀਤੀ ਹੈ, ਉਹ ਕਮੇਟੀ ਨੂੰ ਦੱਸਣਾ ਤੁਹਾਨੂੰ ਬਣਦਾ। ਪਹਿਲਾਂ ਦੱਸਦੀ ਵੀ ਇਹਨਾਂ ਨੇ ਜਦੋਂ ਵੀਜ਼ਾ ਲੱਗਾ ਹੋਇਆ ਸੀਗਾ, ਇਹਨਾਂ ਨਾਲ ਗੱਲ ਹੋਈ ਭਾਜੀ ਉਹਨਾਂ ਨਾਲ, ਇਹਨਾਂ ਨੇ ਲੈਟਰ ਦਿੱਤੀ ਹੈ ਨਾ, ਇਹਨਾਂ ਨੇ ਕਿਹਾ ਵੀ ਜੇ ਇਮੀਗ੍ਰੇਸ਼ਨ ਵਾਲੇ ਪੁੱਛਣਗੇ ਵੀ ਕਿੱਥੇ ਜਾਣਾ ਤੁਸੀਂ ਆ ਲੈਟਰ ਦਿਖਾ ਦਿਓ, ਅਸੀਂ ਇੱਥੇ ਜਾਣਾ, ਗੁਰਦੁਆਰੇ ਵਾਲਿਆਂ ਨੇ ਸਾਨੂੰ ਬੁਲਾਇਆ। ਪਰਮਿੰਦਰ ਜੀ, ਭੁਪਿੰਦਰ ਜੀ ਨੇ ਸਾਨੂੰ ਇਹ ਕਿਹਾ ਕਿ ਮੈਨੂੰ ਇਹ ਡਰ ਸੀਗਾ ਕਿ ਕਮੇਟੀ ਮੇਰੇ ਕੰਮ 'ਚ ਕੋਈ ਅਰੋੜਾ ਕਰ ਸਕਦੀ ਸੀ, ਅੜਿੱਕਾ ਕਰ ਸਕਦੀ ਸੀ, ਤਾਂ ਮੈਂ ਕਮੇਟੀ ਨੂੰ ਨਹੀਂ ਦੱਸਿਆ। ਬੇਈਮਾਨੀ ਆ, ਕੁਛ ਕਰੀ ਜਾਣ ਫਿਰ ਇਹ ਤਾਂ ਬੇਈਮਾਨੀ ਆ। ਤੇ ਤੁਸੀਂ ਉਹ ਨਹੀਂ ਭਾਜੀ, ਇਹ ਕਿਹੜੀ ਬੇਈਮਾਨੀ ਹੈ? ਇਹ ਤੇ ਤੁਸੀਂ ਕੁਛ ਪੁੱਛੇ ਬਿਨਾਂ ਕੁਛ ਕਰਦੇ ਹੋ। ਤੁਸੀਂ ਸਾਡੀ ਰਾਤ ਆਏ ਹੋ ਕਹੇ ਤੇ ਤੂੰ ਅਨੰਤਵੀਰ ਸਾਨੂੰ ਗੱਲ ਕਰਦਾ ਜੇ ਗੱਲ ਕਰਦੇ। ਇਹ ਕਹਿੰਦੇ ਤੁਹਾਡੀ ਰਾਹਤ ਨਹੀਂ ਸੀ, ਮੈਂ ਆਪਣੇ ਵਿਜ਼ਟਰ ਵੀਜ਼ਾ ਤੇ ਆਇਆ ਹੋਇਆ ਸੀ। ਸੀਗੇ ਵੀ ਕਹਿੰਦੇ ਵੀ ਲੈਟਰ ਦੇ ਵਿੱਚ ਲਿਖਿਆ ਵਾ ਵੀ ਵਾਪਸ ਜਾਣਾ ਜ਼ਰੂਰੀ ਹੈਗਾ ਵਾ, ਜੇ ਉਹ ਲੈਟਰ 'ਚ ਕੁਝ ਇਦਾਂ ਦਾ ਲਿਖਿਆ ਸੀ। ਮੈਂ ਲੈਟਰ 'ਚ ਵਾਪਸ ਉਹ ਤਾਂ 6 ਮਹੀਨੇ ਬਾਅਦ ਜਾਣਾ ਹੀ ਹੁੰਦਾ, ਲਿਖਣਾ ਜ਼ਰੂਰੀ ਆ। 6 ਮਹੀਨੇ ਹੁੰਦਾ ਲਿਖਿਆ ਨਹੀਂ, ਜਿਹੜਾ ਆਪਣਾ W-X1 ਵੀਜ਼ਾ ਹੁੰਦਾ ਵਾ ਉਹਦੇ ਵਿੱਚ ਲੈਟਰ ਮਿਲਦੀ ਆ ਵੀ ਹਾਂ ਵੀ 6 ਮਹੀਨੇ ਬਾਅਦ ਵਾਪਸ ਜਾ ਕੇ ਲੈਟਰ ਜਮ੍ਹਾਂ ਕਰਾਉਣੀ। ਮੈਡਮ ਨੇ ਉਹ ਪੁੱਛਿਆ ਮੈਨੂੰ ਪਹਿਲਾਂ, ਮੈਂ ਮੈਡਮ ਨੂੰ ਡਿਟੇਲ ਦੇਤੀ। ਹਾਂਜੀ ਮੈਡਮ, ਮੈਂ ਤੁਹਾਨੂੰ ਇਹ ਪੁੱਛਿਆ ਸੀ ਭੁਪਿੰਦਰ ਜੀ ਕਿ ਕਮੇਟੀ ਨੇ ਤੁਹਾਨੂੰ ਜਾਣਕਾਰੀ ਦਿੱਤੀ ਸੀ 6 ਮਹੀਨੇ ਲਈ ਤੁਸੀਂ ਉਰੇ ਆਏ ਸੀ, ਕਮੇਟੀ ਨੂੰ ਜਾਣਕਾਰੀ ਦੇਣਾ ਨਹੀਂ ਬਣਦਾ ਸੀ, ਤੁਸੀਂ ਕਿਹਾ ਕਮੇਟੀ ਦਾ ਕੋਈ ਰੋਲ ਨਹੀਂ ਸੀ। ਇਹਨਾਂ ਨੇ ਕਿਹਾ ਜੀ, ਇਹਨਾਂ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਕਮੇਟੀ ਦਾ ਕੋਈ ਰੋਲ ਨਹੀਂ ਸੀ, ਲੈਟਰ ਜ਼ਰੂਰ ਦਿੱਤੀ ਸੀ ਵੀ ਅਸੀਂ ਸਟੇ ਕਿੱਥੇ ਕਰਨਾ ਹੈ, ਤਾਂ ਉਹ ਦਿਖਾਉਣ ਲਈ ਸੀ, ਲੈਟਰ ਦਿਖਾਉਣ ਲਈ ਸੀ। ਮੈਂ ਆਪਣੇ ਵੀਜ਼ੇ ਤੇ ਆਇਆ, ਕਮੇਟੀ ਨੇ ਮੈਨੂੰ ਕੋਈ ਨਹੀਂ ਸਪਾਂਸਰ ਕੀਤਾ। ਗੁਰਦੁਆਰਾ ਸਾਹਿਬ 6 ਮਹੀਨੇ 6 ਮਹੀਨੇ ਕਿਹਾ ਸੀ, ਮੈਂ ਲਾਏ ਕਿ ਨਹੀਂ ਲਾਏ? ਮੈਨੂੰ ਇਹਨਾਂ ਦੱਸੋ ਬਸ ਪਹਿਲਾਂ। 6 ਮਹੀਨੇ ਵਾਪਸ ਨਹੀਂ ਆਉਣਾ? 6 ਮਹੀਨੇ ਬਾਅਦ ਲਾ ਕੇ ਵਾਪਸ ਨਹੀਂ ਆਉਣਾ ਭਾਜੀ? ਇੱਕ ਮਿੰਟ ਭਾਜੀ, ਮੈਨੂੰ ਇਹ ਦੱਸੋ ਮੈਂ ਲਾਏ ਕਿ ਨਹੀਂ ਲਾਏ, ਜਾਂ ਮੈਂ ਕਿਤੋਂ ਮਿਸ ਹੋਇਆ ਹੋਵਾਂ ਵਿੱਚੋਂ ਡਿਊਟੀ ਤੋਂ ਕਿਤੋਂ ਗਿਆ ਹੋਵਾਂ ਇੱਧਰ ਉੱਧਰ ਜਾਂ ਕਿਤੇ। ਤਾਂ ਹੀ ਤਾਂ ਤੁਹਾਡਾ ਸਤਿਕਾਰ ਕਰਕੇ ਤੁਹਾਨੂੰ ਕੱਲਿਆਂ ਨੂੰ ਭੇਜਦਾ ਨਹੀਂ, ਮੈਂ ਉੱਥੇ ਅੰਦਰ ਨਾ ਵੜ ਕੇ ਆਉਂਦਾ। ਮੈਂ ਤਾਂ ਉਹੀ ਕਹਿਣਾ, ਮੈਂ ਤਾਂ ਤੁਸੀਂ ਕੀ ਚਲਾਕੀ ਕਰ ਰਹੇ ਹੋ? ਸਾਨੂੰ ਕੀ ਪਤਾ ਭਾਜੀ? ਕੋਈ ਚਲਾਕੀ ਨਹੀਂ ਹੈਗੀ ਭਾਜੀ, ਇਹ ਕੀ ਚਲਾਕੀ ਨਹੀਂ? ਇਹਨੂੰ ਚਲਾਕੀ ਨਹੀਂ ਮੰਨਦਾ ਤੂੰ? 에어ਪੋਰਟ ਤੇ ਜਾ ਰਿਹਾ। ਇੱਕ ਮਿੰਟ ਭਾਜੀ, ਜੇ ਮੈਂ ਪਰਮਿਟ ਅਪਲਾਈ ਕਰਦਾ ਤੁਸੀਂ ਮੈਨੂੰ ਕਹਿ ਦਿੰਦੇ ਵੀ ਹਾਂ ਵੀ ਕਰ ਤੂੰ, ਕੋਈ ਨਹੀਂ ਵੀ ਇੱਥੇ ਰਹਿ ਯਾਰ, ਕੋਈ ਗੱਲ ਨਹੀਂ, ਤੂੰ ਆਪਣੇ ਬਲਬੂਤੇ ਦੇ ਬਾਅਦ ਚੋਂ ਆ, ਕਹਿ ਦਿੰਦੇ ਤੁਸੀਂ। ਨਹੀਂ ਕਿਉਂ ਅਸੀਂ ਕਹਿੰਦੇ ਤੈਨੂੰ ਜਦ ਅਸੀਂ ਸਾਰਾ ਕੁਝ ਇਕੱਠਾ ਕਰਾਂਗੇ? ਭਾਜੀ ਇਹੀ ਤਾਂ ਗੱਲ, ਇਹੀ ਤਾਂ ਪ੍ਰੋਬਲਮ ਸੀਗੀ ਵੀ ਤੁਸੀਂ ਕਰਨ ਹੀ ਨਹੀਂ ਦੇਣਾ ਸੀ ਮੈਨੂੰ ਅਪਲਾਈ। ਦੇਖੋ ਜੀ, ਤੁਸੀਂ ਫਿਰ ਬੇਈਮਾਨੀ ਹੈ, ਹੋਰ ਕੀ ਹੈ? ਇਹਨਾਂ ਨੇ ਨਹੀਂ ਭਾਜੀ, ਇਹਨਾਂ ਨੇ ਭੁਪਿੰਦਰ ਜੀ ਨੇ ਇਹ ਵੀ ਦੋਸ਼ ਲਗਾਇਆ ਪਰਮਿੰਦਰ ਜੀ ਕਿ ਜਿਹੜੇ ਕਮੇਟੀ ਵਾਲੇ ਨੇ ਵੀ ਉਹ ਕਿਸ ਤਰੀਕੇ ਦਾ ਰਾਗੀਆਂ ਦੇ ਨਾਲ ਵਿਵਹਾਰ ਕਰਦੇ ਨੇ, ਉਹਨਾਂ ਨੂੰ ਪਤਾ ਹੀ ਹੈ। ਸੋ ਇਹਦੇ ਬਾਰੇ ਵੀ ਥੋੜਾ ਜਿਹਾ ਤੁਸੀਂ ਜਾਣਕਾਰੀ ਪਾਓਗੇ ਵੀ ਰਾਗੀਆਂ ਨਾਲ ਪ੍ਰਬੰਧਕੀ ਕਮੇਟੀਆਂ ਕਿਵੇਂ ਦਾ ਵਿਵਹਾਰ ਕਰਦੇ ਆ? ਵੀ ਇਹਨਾਂ ਨੇ ਕਿਹਾ ਕਿ ਅਸੀਂ ਦੱਸਣਾ ਜ਼ਰੂਰੀ ਨਹੀਂ ਸਮਝਿਆ ਜਾਂ ਮੇਰੇ ਕੰਮ 'ਚ ਡਿੱਕਾ ਪਾ ਸਕਦੇ ਸੀ, ਖੁਸ਼ ਨਹੀਂ ਨਜ਼ਰ ਆ ਰਹੇ ਤੁਹਾਡੇ ਵੱਲੋਂ ਕਿ ਕਮੇਟੀ ਨੇ ਜੋ ਕੀਤਾ ਰਾਗੀ ਜਥੇ ਲਈ। ਸੋ ਭੁਪਿੰਦਰ ਜੀ ਨੇ ਇੱਥੇ ਕੁਝ ਦੋਸ਼ ਵੀ ਲਾਏ ਨੇ ਵੀ ਇੰਨੀ ਦੇਰ ਕਮੇਟੀ ਵਾਲਿਆਂ ਨੇ ਸਾਨੂੰ ਪਿਆਰ ਨਾਲ ਰੱਖਿਆ, ਮੈਂ ਕਿਹਾ ਆਉਣ ਲੱਗਿਆ ਨੇ ਸਰੋਪਾ ਤੱਕ ਨਹੀਂ ਪਾਇਆ ਕਿਸੇ ਨੇ, ਵੀ ਮਿਲੇ ਤੱਕ ਨਹੀਂ ਵੀ ਹਾਂ ਵੀ ਜਥਾ ਜਾ ਰਿਹਾ, ਚੱਲ ਇੰਨੀ ਦੇਰ ਸੇਵਾ ਕੀਤੀ ਹੈ। ਉਹ ਚੀਜ਼ ਹੋਈ ਹੈ। ਜੇ ਮਿਲਣਾ ਨੇ ਸਾਡੀ ਇਹ ਵਿਸ਼ਵਾਸ ਦੀ ਗਲਤੀ ਹੋ ਗਈ ਵੀ ਮੈਂ ਇਹ ਭਰੋਸਾ ਕਰ ਲਿਆ ਅਨੰਤਵੀਰ ਕਰਕੇ, ਮੈਂ ਛੱਡ ਕੇ ਨਹੀਂ ਆਇਆ, ਬਸ ਇਹ ਮੇਰੀ ਗਲਤੀ ਹੈ। ਭਾਜੀ ਛੱਡ ਆਉਂਦੇ ਤੁਸੀਂ, ਮੈਂ ਤਾਂ ਤੁਹਾਨੂੰ ਕਿਹਾ ਮੈਂ ਛੱਡ ਕੇ ਆਉਂਦਾ, ਮੈਂ ਛੱਡ ਕੇ ਅੰਦਰ ਉੱਤੇ ਪੜ ਕੇ ਆਉਂਦਾ, ਪਤਾ ਲੱਗਦਾ। ਭੁਪਿੰਦਰ ਜੀ ਤੁਸੀਂ ਕਿਹਾ ਕਿ ਤੁਸੀਂ ਵਰਕ ਪਰਮਿਟ ਲਈ ਅਪਲਾਈ ਕੀਤਾ ਹੋਇਆ, ਵਰਕ ਪਰਮਿਟ ਲਈ ਰਾਤੋਂ ਰਾਤ ਤਾਂ ਅਪਲਾਈ ਹੁੰਦਾ ਨਹੀਂ, ਕੁਝ ਮਹੀਨੇ 2 ਮਹੀਨੇ 3 ਮਹੀਨੇ ਪਹਿਲਾਂ ਕੀਤਾ ਹੋਣਾ। ਤੁਹਾਡੇ ਕੋਲ ਕੋਈ ਜੌਬ ਹੈ, ਆਫਰ ਹੈਗੀ ਕਿ ਤੁਹਾਡੇ ਕੋਲ ਕੋਈ ਜੌਬ ਆਫਰ ਹੈ ਜਿਹਦੇ ਲਈ ਤੁਸੀਂ ਅਪਲਾਈ ਕੀਤਾ ਹੈ ਵਰਕ ਪਰਮਿਟ? ਫਿਰ ਉਹਦੇ ਬਾਰੇ ਤੁਸੀਂ ਜਾਣਕਾਰੀ ਕੋਈ ਦੇਣ ਦੀ ਕੋਈ ਨਹੀਂ ਸੋਚੀ ਕਿ ਮੈਂ ਚਲੋ ਕਮੇਟੀ ਨੂੰ ਮਾੜਾ ਦੱਸ ਦੇਵਾਂ, ਕਰ ਦੇਵਾਂ? ਮੈਂ ਤੁਹਾਨੂੰ ਦੱਸ ਰਿਹਾ ਵੀ ਜੇ ਜਾਣਕਾਰੀ ਦਿੰਦਾ ਨਾ, ਇਹਨਾਂ ਨੇ ਕਰਨ ਹੀ ਨਹੀਂ ਦੇਣਾ, ਮੈਨੂੰ ਅਪਲਾਈ ਨਹੀਂ ਕਰਨ ਦੇਣਾ ਸੀ। ਬਸ ਆਹੀ ਗੱਲ ਆ, ਮੇਰਾ ਸਾਰੇ ਜੱਥੇ ਆਹੀ ਕਰਨਗੇ, ਇਹ ਸੇਮ ਥਿੰਗ ਕਰਨਗੇ ਸਾਰੇ ਜੱਥੇ ਦੇ। ਭਾਜੀ ਕਰਨ ਹੁਣ ਬੇਈਮਾਨੀ ਨਹੀਂ ਹੈਗੀ ਭਾਜੀ ਕੋਈ, ਤੁਹਾਡੇ ਕੋਲ ਰਿਹਾ ਵਾ, ਤੁਹਾਡੇ ਨਾਲ ਮਤਲਬ ਜਿੰਨਾ ਜੋ ਤੁਸੀਂ ਕਿਹਾ ਉਹ ਤੁਹਾਡੇ ਸਾਰੇ ਬੋਲ ਪੁਗਾਏ ਨੇ, ਤੁਸੀਂ ਜੋ ਕੁਝ ਕਿਹਾ, ਮੈਂ ਕੋਈ ਬੇਈਮਾਨੀ ਥੋੜੀ ਕੀਤੀ ਹੈ। ਜਿਹੜੀ ਆ ਜਾਣਾ ਵਾਪਸ ਇਹ ਕੀ ਗੱਲ ਆ? ਫਿਰ 2 ਦੂਜੇ ਗਏ ਨੇ, ਤੈਨੂੰ ਕੀ ਪ੍ਰੋਬਲਮ ਸੀ? ਮੈਂ ਮੈਡਮ ਨੂੰ ਪਹਿਲਾਂ ਕਹਿ ਕੇ ਹਟਿਆ ਵੀ ਭੁਪਿੰਦਰ ਜੀ ਤੁਸੀਂ ਇਹ ਵੀ ਕਰ ਸਕਦੇ ਸੀ, ਟਿਕਟ ਹੋਈ ਆ ਮੈਡਮ, ਭੁਪਿੰਦਰ ਜੀ ਤੁਸੀਂ ਏਦਾਂ ਵੀ ਕਰ ਸਕਦੇ ਸੀ, ਕਮੇਟੀ ਨੂੰ ਕਹਿ ਸਕਦੇ ਸੀ ਵੀ ਦੇਖੋ ਤੁਹਾਡੇ ਨਾਲ ਸਮਾਂ ਮੈਂ ਪੂਰਾ ਲਾਵਾਂਗਾ ਜੋ ਸਮਾਂ ਤੁਹਾਨੂੰ ਦਿੱਤਾ ਗਿਆ, ਪਰ ਇਸ ਤੋਂ ਬਾਅਦ ਮੈਂ ਆਪਣੀ ਸੈਟਿੰਗ ਕਰਨੀ ਨਹੀਂ। ਤੁਸੀਂ ਕਮੇਟੀ ਦੇ ਕੰਨੋਂ ਇੱਕ ਵਾਰੀ ਕਰ ਸਕਦੇ ਸੀ ਗੱਲ ਵੀ ਇਸ ਤੋਂ ਬਾਅਦ ਮੈਂ ਆਪਣਾ ਕੰਮ ਪੂਰਾ ਕਰਨਾ ਹੈ, ਮੈਂ ਤੁਹਾਡੇ ਨਾਲ ਪੂਰਾ ਸਮਾਂ ਲਗਾ ਕੇ ਜੋ ਆਪਣੀ ਕਮਿਟਮੈਂਟ ਹੋਈ ਹੈ ਉਸ ਤੋਂ ਬਾਅਦ ਮੈਂ ਆਪਦਾ ਫਿਊਚਰ ਬਾਰੇ ਸੋਚਣਾ ਆ। ਤੁਸੀਂ ਇੰਨੀ ਗੱਲ ਕਰ ਸਕਦੇ ਸੀ ਜਾਂ ਨਹੀਂ ਕਰਨੀ? ਹਾਂ ਠੀਕ ਆ, ਮੈਂ ਕਰ ਦਿੰਦਾ। ਮੈਨੂੰ ਇੰਨਾ ਤੁਸੀਂ ਵਿਸ਼ਵਾਸ ਦਿਵਾ ਦਿਓ ਵੀ ਜੇ
ਜਿਹੜਾ ਅਸੂਲ ਆ ਪਹਿਲਾਂ ਗੱਲ ਹੁੰਦੀ ਅਨੰਤਵੀਰ ਪਹਿਲਾਂ ਪੁੱਛਦਾ ਉੱਥੇ ਤੁਰਨ ਤੋਂ ਪਹਿਲਾਂ ਇਹ ਵੀ ਗੱਲ ਸੁਣੋ ਫਿਰ ਭਾਜੀ ਅਨੰਤਵੀਰ ਪਹਿਲਾਂ ਪੁੱਛਦਾ ਇੱਕ ਮਿੰਟ ਸੁਣੋ ਹੈਲੋ ਪਰਵਿੰਦਰ ਭਾਜੀ ਭਾਜੀ ਇੱਕ ਮਿੰਟ ਭੁਪਿੰਦਰ ਜੀ ਇੱਕ ਮਿੰਟ ਗੱਲ ਸੁਣ ਲਓ ਭੁਪਿੰਦਰ ਜੀ ਜੀ ਅਨੰਤਵੀਰ ਸਾਨੂੰ ਪਹਿਲਾਂ ਪੁੱਛਦਾ ਭਾਜੀ ਵੀ ਸਾਡੇ ਬੰਦੇ ਆਉਣਗੇ ਉਹਨਾਂ ਨੇ ਵਰਕ ਪਰ ਅਪਲਾਈ ਕਰਨਾ ਤੁਸੀਂ ਕਰਨ ਦੋਗੇ ਤਾਂ ਆਉਣਗੇ ਅਸੀਂ ਕੋਈ ਸਾਡੇ ਤੇ ਸ਼ਰਤ ਥੋੜਾ ਸੀ ਉਹਦਾ ਸ਼ਰਤ ਇਹਦੇ ਵਾਪਸ ਜਾਣਾ ਨਾ ਕਿ ਸ਼ਰਤ ਇਹ ਵੀ ਜੀ ਅਸੀਂ ਪਰਮਿਟ ਲੈਣਾ ਤੁਸੀਂ ਸਾਨੂੰ ਵਾਪਸ ਦੇ ਦਿੰਦੇ ਐ ਤਾਂ ਸਾਰੇ ਜੱਥੇ ਕਰਨਗੇ ਆ ਕੇ ਫਿਰ ਤੁਸੀਂ ਜੇ ਚਲੇ ਹੀ ਜਾਣਾ ਫਿਰ ਵਰਕ ਪਰਮਿਟ ਤੇ ਇੰਨੇ ਪੈਸੇ ਕਿਉਂ ਲਗਾ ਰਹੇ ਹੋ ਮੈਡਮ ਮੈਂ ਨੈਕਸਟ ਲਈ ਆਪਣਾ ਸੋਚਣਾ ਨਹੀਂ ਗਾਂ ਵਾਸਤੇ ਜੀ ਪਰਮਿੰਦਰ ਜੀ ਕੁਝ ਕਹਿਣਾ ਚਾਹੋਗੇ ਤੁਸੀਂ ਮੈਂ ਤਾਂ ਇਹ ਕਹਿੰਦਾ ਵੀ ਸਾਡੇ ਨਾਲ ਅਨੰਤਵੀਰ ਨੇ ਅਸੀਂ ਕਰਕੇ ਦਿੱਤਾ ਸੀ ਅਨੰਤਵੀਰ ਨੇ ਵੀ ਧੋਖਾ ਕੀਤਾ ਉਹਨੂੰ ਵੀ ਪਤਾ ਸੀ ਇਹਨੇ ਉਹਨੂੰ ਦੱਸਿਆ ਸਾਰੀ ਗੱਲ ਇਹ ਦੋਨਾਂ ਨੇ ਰਲ ਕੇ ਜਿਹੜਾ ਕੀਤਾ ਇਹ ਗੁੱਡ ਨਹੀਂ ਹੈਗਾ ਕੋਈ ਨਹੀਂ ਭਾਜੀ ਅਸੀਂ ਕੱਲ ਨੂੰ ਕਿਸੇ ਤੇ ਵੀ ਟਰਸਟ ਨਹੀਂ ਕਰ ਸਕਦੇ ਦੈਟਸ ਇਟ ਜਿਹੜਾ ਇੰਨਾ ਭਰੋਸਾ ਕਰਦਾ ਹੋਵੇ ਬਹੁਤ ਤੱਕ ਛੱਡਣ ਨਾ ਜਾਵੇ ਵੀ ਯਾਰ ਵੀ ਸਾਡੇ ਬੰਦੇ ਨੇ ਯਾਰ ਅਨੰਤਵੀਰ ਦੇ ਬੰਦੇ ਨੇ ਤਾਂ ਅਨੰਤਵੀਰ ਗੱਲ ਕਰ ਰਹੇ ਆ ਵੀ ਇੰਨਾ ਉਹਦਾ ਨਵਾਂ ਦੁਨੀਆ ਜੋ ਆਪਦਾ ਇੰਨਾ ਤੁਸੀਂ ਨਾ ਉਹ ਕਰੋ ਵੀ ਅਨੰਤਵੀਰ ਮੇਰੇ ਨਾਲ ਗੱਲ ਕਰੋ ਤੁਸੀਂ ਮੈਂ ਜੋ ਕੀਤਾ ਕਰਕੇ ਦਿੱਤਾ ਮੈਂ ਤਾਂ ਅਨੰਤਵੀਰ ਕਰਕੇ ਕੀਤਾ ਭਾਜੀ ਮੇਰੀ ਗੱਲ ਤਾਂ ਸੁਣੋ ਸਪਾਂਸਰਸ਼ਿਪ ਨੋ ਵੇ ਮੈਂ ਤਾਂ ਮੇਜਰ ਸਿੰਘ ਜੀ ਨੂੰ ਵੀ ਪਹਿਲਾਂ ਇੰਨੀ ਗੱਲ ਕਹਿਤੀ ਮੈਂ ਉਹਨਾਂ ਨੂੰ ਵੀ ਕਹਿਤਾ ਮੈਂ ਕਿਹਾ ਬਾਬਾ ਜੀ ਮੈਂ ਹੁਣ ਆ ਗਿਆ ਅੱਗੇ ਤੋਂ ਮੈਂ ਕਿਹਾ ਮੈਂ ਨਹੀਂ ਆਉਣਾ ਭਾਵੇਂ ਤੁਸੀਂ ਵੀ ਬੋਲੋ ਮੇਜਰ ਸਿੰਘ ਜੀ ਨੂੰ ਪੁੱਛ ਲਓ ਉਹਨਾਂ ਨਾਲ ਗੱਲ ਹੋਈ ਆ ਕਲੀਅਰ ਪਹਿਲਾਂ ਜਿਹੜੀ ਗੱਲ ਮੈਂ ਰਹੀ ਗੱਲ ਕਰ ਰਿਹਾ ਮੈਂ ਉਹਦੀ ਗੱਲ ਕਰ ਮੈਂ ਤੁਸੀਂ ਭੇਜੀ ਸਪਾਂਸਰਸ਼ਿਪ ਤੁਸੀਂ ਅਨੰਤਵੀਰ ਕਰਕੇ ਭੇਜੀ ਨਾ ਜੋ ਤੁਸੀਂ ਕੀਤਾ ਇਹ ਨਾਟ ਗੁੱਡ ਇਸ ਤੋਂ ਬਾਅਦ ਅਸੀਂ ਅਨੰਤਵੀਰ ਸਿੰਘ ਜੀ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਇਸ ਮਾਮਲੇ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਪ੍ਰਬੰਧਕੀ ਕਮੇਟੀ ਦੇ ਨਾਲ ਨੇ ਮੈਂ ਗੁਰਦੁਆਰੇ ਦੇ ਨਾਲ ਆ ਜੋ ਗੁਰਦੁਆਰਾ ਲੀਗਲ ਐਕਸ਼ਨ ਲਏਗਾ ਸੋ ਉਹਦੇ ਨਾਲ ਆ ਮੈਂ ਸੋ ਜੋ ਵੀ ਗੁਰਦੁਆਰਾ ਲੀਗਲ ਐਕਸ਼ਨ ਲੈਣਾ ਸੋ ਲੀਗਲ ਐਕਸ਼ਨ ਦਾ ਚਾਹੀਦਾ ਵਾ ਬਾਕੀ ਰਾਗੀ ਸਿੰਘਾਂ ਨੂੰ ਵੀ ਫਿਰ ਏਦਾਂ ਹੁੰਦਾ ਨਾ ਬਿਲਕੁਲ ਸਰ ਤੁਹਾਨੂੰ ਐਜ਼ ਏ ਰਾਗੀ ਸਿੰਘ ਐਜ਼ ਏ ਰਾਗੀ ਸਿੰਘ ਮੈਂ ਇਹ ਚਾਹੁੰਦਾ ਹਾਂ ਕਿ ਲੀਗਲ ਐਕਸ਼ਨ ਗੁਰਦੁਆਰਾ ਕਮੇਟੀ ਲਵੇ ਸੋ ਉਹਦੇ ਨਾਲ ਕੀ ਹੈ ਕਿ ਬਾਕੀ ਰਾਗੀ ਸਿੰਘਾਂ ਨੂੰ ਕਾਨੂੰਨ ਸੋ ਮੇਰੀ ਹਜੇ ਭੁਪਿੰਦਰ ਸਿੰਘ ਨਾਲ ਗੱਲ ਨਹੀਂ ਹੋਈ ਜਿਵੇਂ ਇਹ ਗੱਲ ਹੁੰਦੀ ਹੈ ਮੈਂ ਆਪ ਹੀ ਦੱਸ ਸਕਦਾ ਤੁਹਾਨੂੰ ਲੱਗਦਾ ਜੇ ਤੁਸੀਂ ਭੁਪਿੰਦਰ ਸਿੰਘ ਨਾਲ ਗੱਲ ਹੁੰਦੀ ਹੈ ਤੁਸੀਂ ਉਹਨਾਂ ਨੂੰ ਵਾਪਸ ਜਾਣ ਨੂੰ ਕਹੋਗੇ ਤੇ ਉਹ ਚਲ ਜਾਣਗੇ ਦੇਖੋ ਹਜੇ ਤਾਂ ਮੇਰੀ ਗੱਲ ਨਹੀਂ ਨਾ ਹੋਈ ਮੈਨੂੰ ਗੱਲ ਤਾਂ ਪੁੱਛੋ ਗੱਲ ਕੀ ਹੈ ਨਾ ਜੀ ਉਸ ਤੋਂ ਬਾਅਦ ਦੱਸ ਸਕਦਾ ਕੀ ਭੁਪਿੰਦਰ ਸਿੰਘ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨਾਲ ਇਸ ਬਾਰੇ ਪਹਿਲਾਂ ਗੱਲਬਾਤ ਕਰਨੀ ਚਾਹੀਦੀ ਸੀ ਜਾਂ ਭੁਪਿੰਦਰ ਸਿੰਘ ਨੇ ਜੋ ਵੀ ਕੀਤਾ ਉਹ ਠੀਕ ਕੀਤਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਭੁਪਿੰਦਰ ਸਿੰਘ ਨੇ ਉਹਨਾਂ ਦੀਆਂ ਅੱਖਾਂ ਵਿੱਚ ਮਿੱਟੀ ਪਾਈ ਹੈ ਕੱਲ ਨੂੰ ਕਿਸੇ ਹੋਰ ਜਥੇ ਨੂੰ ਸਪਾਂਸਰ ਕਰਨ ਵੇਲੇ ਉਹਨਾਂ ਨੂੰ 10 ਵਾਰ ਸੋਚਣਾ ਪਏਗਾ ਸੋ ਇਸ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਬਾਕੀ ਜਥਿਆਂ ਉੱਤੇ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਸੋ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਇਸ ਬਾਰੇ ਦੇ ਵਿੱਚ ਪਹਿਲਾਂ ਤੁਸੀਂ ਇਹ ਆਡੀਓ ਕਲਿੱਪ ਸੁਣੋ ਅਸੀਂ ਦੋਵਾਂ ਦੇ ਨਾਲ ਗੱਲਬਾਤ ਕੀਤੀ ਹੈ ਭੁਪਿੰਦਰ ਸਿੰਘ ਜੀ ਨਾਲ ਵੀ ਗੱਲਬਾਤ ਕੀਤੀ ਹੈ ਤੇ ਇਸ ਦੇ ਨਾਲ ਹੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਨਾਲ ਵੀ ਗੱਲਬਾਤ ਹੋਈ ਹੈ ਤੇ ਨਾਲ ਹੀ ਅਸੀਂ ਅਨੰਤਵੀਰ ਸਿੰਘ ਜੀ ਨਾਲ ਵੀ ਗੱਲਬਾਤ ਕੀਤੀ ਹੈ ਸੋ ਇਹਨਾਂ ਦਾ ਕੀ ਕਹਿਣਾ ਹੈ ਤੁਸੀਂ ਖੁਦ ਸੁਣੋ